ਪੰਜਾਬ ਦੀਆਂ ਵੀ ਕਈ ਤਰ੍ਹਾਂ ਕਹਿੰਦੀਆਂ ਸੀ ਕਿ ਇਹ ਤਾਂ ਕਿਸਾਨ ਹੀ ਨਹੀਂ, ਇਹ ਤਾਂ ਨੈਕਸਲਾਈਟ ਨੇ। ਜਿੰਨਾ ਇਹਦੇ ਬਾਰੇ ਦੁਨੀਆ ਦੇ ਮੀਡੀਆ ਨੇ ਲਿਖਿਆ ਉਹਨਾਂ ਭਾਰਤ ਦੇ ਮੀਡੀਆ ਨੇ, ਸ਼ਾਇਦ ਨੈਸ਼ਨਲ ਮੀਡੀਆ ਨੇ ਉਹਦੇ ਬਾਰੇ ਨਹੀਂ ਲਿਖਿਆ। ਨਸ਼ੇ ਦੇ ਨਾਲ ਪੰਜਾਬ ਨੂੰ ਜੋੜਨਾ, ਨਸ਼ੇ ਦੇ ਨਾਲ ਅੰਦੋਲਨ ਨੂੰ ਜੋੜਨਾ ਤੇ ਹਰਿਆਣੇ ਦੇ ਵਿੱਚ ਇਸ ਅੰਦੋਲਨ ਦੀ ਵਜ੍ਹਾ ਨਾਲ ਨਸ਼ਾ ਵਧਣਾ, ਇਹ ਇੱਕ ਬਿਲਕੁਲ ਸੋਚੀ ਸਮਝੀ ਜਿਹੜੀ ਚਾਲ ਆ ਕਿ ਅੰਦੋਲਨ ਨੂੰ ਤੁਸੀਂ ਥੋੜਾ ਜਿਹਾ ਹੋਰ ਬਦਨਾਮ ਕਰੋ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਡਾਨੀ ਤੇ ਅੰਬਾਨੀ ਦਾ ਬਹੁਤਾ ਬਿਜ਼ਨਸ ਨਹੀਂ ਹੈਗਾ, ਤੇ ਜੇਕਰ ਹੈ ਹੀ ਇੰਨਾ ਤੇ ਫਿਰ ਉਹਨਾਂ ਧਰਨਿਆਂ ਨਾਲ ਪੰਜਾਬ ਦੀ ਆਰਥਿਕਤਾ ਦਾ ਕੀ ਨੁਕਸਾਨ ਹੋ ਜੂ। ਜਿਹੜੇ ਇਹ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਅਧਿਕਾਰ ਪਹਿਲਾਂ ਤੋਂ ਖੋਏ ਜਾ ਰਹੇ ਨੇ, ਇਸੇ ਕਰਕੇ ਤਾਂ ਉਹ ਅੰਦੋਲਨ 'ਚ ਬੈਠੇ ਨੇ। ਸੋ ਸਰਕਾਰਾਂ ਦੀ ਜਿਹੜੀ ਨੀਤੀ ਆ ਉਹ ਸਿਰਫ ਔਰ ਸਿਰਫ ਵਕਤ ਟਪਾਈ ਵਾਲੀ ਆ। ਇਸ ਧਰਨੇ ਤੋਂ ਪਿੱਛਾ ਛੁਡਾ ਲਿਆ, ਠੋਸ ਜਿਹੜੀ ਨੀਤੀ ਆ ਉਹ ਸਾਹਮਣੇ ਨਹੀਂ ਆਉਂਦੀ। ਜਦੋਂ ਪਹਿਲੇ ਸਾਲ ਜਮ੍ਹਾਂ ਕਰਵਾਉਂਦੇ ਆ ਉਦੋਂ ਕਿਸਾਨਾਂ ਦੀ ਗਿਣਤੀ ਕੁਝ ਹੋਰ ਸੀ, ਜਦੋਂ ਦੂਜੀ ਵਾਰ ਉਹ ਪੈਸੇ ਜਮ੍ਹਾਂ ਕਰਾਏ ਤਾਂ ਉਸ ਗਿਣਤੀ ਦੇ ਵਿੱਚ 15% ਤੋਂ ਵੀ ਜ਼ਿਆਦਾ ਦਾ ਫਰਕ ਸੀ। ਹੁਣ ਇਹ ਗੱਲ ਸਮਝ ਨਹੀਂ ਲੱਗੀ ਕਿ ਉਹ 15% ਕਿਸਾਨ ਕਿੱਦਾਂ ਘਟ ਗਏ। ਕੋਰਟ ਨੇ ਕਿਹਾ ਕਿ ਤੁਸੀਂ ਜੇ ਕਾਲਾ ਕੋਟ ਪਾ ਲੈਂਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਡੀ ਜਿਹੜੀ ਮਹਾਨਤਾ ਆ ਉਹ ਵੱਧ ਗਈ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਐਕਸਪਰਟ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਕਿਸਾਨ ਅੰਦੋਲਨ ਨੂੰ ਲੈ ਕੇ ਮੰਤਰੀ ਕਿਸ ਤਰ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਦੇ ਰਹੇ ਨੇ ਉਸ ਬਾਰੇ ਵਿਸਥਾਰ 'ਚ ਗੱਲ ਕਰਾਂਗੇ। ਇਸ ਤੋਂ ਇਲਾਵਾ ਸਿਆਸਤ ਦੀਆਂ ਗੰਢਾਂ ਖੋਲ੍ਹਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਬਲੀਨ ਜੀ, ਸ਼ੁਕਰੀਆ। ਸ਼ਰਮਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸਾਨ ਅੰਦੋਲਨ ਤੋਂ, ਉਸ ਸ਼ਾਂਤਮਈ ਅੰਦੋਲਨ ਤੋਂ ਕਰਦੇ ਹਾਂ ਜਿਹਦੀ ਤਸੀਰ ਸਬਰ ਤੇ ਸੰਜਮ ਹੈ, ਪਰ ਸਾਡੀਆਂ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਸ ਅੰਦੋਲਨ ਨੂੰ ਢਾਹ ਲਾਉਣ ਲਈ। ਗੱਲ ਕਰਦੇ ਹਾਂ ਕੁੰਡਲੀ ਸਿੰਘੂ ਸਰਹੱਦ ਦਾ ਰਸਤਾ ਖੁਲਵਾਉਣ ਦੀ। ਸਥਾਨਕ ਲੋਕਾਂ ਦਾ ਕਾਫੀ ਦੇਰ ਤੋਂ ਮੰਗ ਸੀ ਕਿ ਰਸਤਾ ਜਿਹੜਾ ਆ NH44 ਜਿਹੜਾ ਖੁਲਵਾਇਆ ਜਾਵੇ। ਉਹਨਾਂ ਨੇ ਅਦਾਲਤ ਦਾ ਬੂਹਾ ਵੀ ਖੜਕਾਇਆ, ਤੇ ਅਦਾਲਤ ਦਾ ਕੀ ਫੈਸਲਾ ਆਇਆ? ਜੀ, ਤੁਸੀਂ ਗੱਲ ਕੀਤੀ ਕਿਸਾਨ ਅੰਦੋਲਨ ਦੀ ਤਾਸੀਰ ਦੀ ਜਾਂ ਉਸ ਥੜੇ ਦੀ ਜਿਹਦੇ ਤੇ, ਉਸ ਨੀਹਾਂ ਦੀ ਜਿਹਦੇ ਤੇ ਅੰਦੋਲਨ ਖੜਾ ਆ, ਸਬਰ ਤੇ ਸੰਜਮ। ਕਿਉਂਕਿ ਇਹਨਾਂ ਦੀ ਜਿਹੜੀ ਲੜਾਈ ਆ ਜਾਂ ਇਹਨਾਂ ਦੀ ਜਿਹੜੀ ਮੰਗ ਆ ਉਹ ਕੇਂਦਰ ਸਰਕਾਰ ਨਾਲ ਆ, ਤੇ ਸਰਕਾਰ ਕੋਲੋਂ ਜਾਂ ਰਾਜੇ ਕੋਲੋਂ ਜਦੋਂ ਵੀ ਤੁਸੀਂ ਕੁਝ ਲੈਣਾ ਆ ਤੇ ਤੁਹਾਨੂੰ ਜਿਹੜਾ ਸਬਰ ਤੇ ਸੰਜਮ ਤੇ ਰੱਖਣਾ ਹੀ ਪੈਣਾ ਜੀ, ਕਿਉਂਕਿ ਉਹ ਵੱਡੀ ਧਿਰ ਆ, ਤਾਕਤਵਰ ਧਿਰ ਆ। ਤੇ ਦੂਸਰੀ ਗੱਲ ਇਹ ਆ ਕਿ ਉਹ ਆਪਣੇ ਸ਼ਬਦਾਂ ਤੋਂ, ਆਪਣੇ ਕਦਮਾਂ ਤੋਂ ਕਦੀ ਵੀ ਗਲਤ ਹੋਣ ਦਾ ਜਿਹੜਾ ਮਨਾਵ ਨਹੀਂ ਕਰਦੇ, ਮੰਨਦੇ ਨਹੀਂ ਕਦੀ ਵੀ ਕਿ ਜੇ ਅਸੀਂ ਫੋਰਫਰੰਟ ਤੇ ਗਏ ਆ ਤੇ ਅਸੀਂ ਬੈਕ ਫਰੰਟ ਤੇ ਵੀ ਕਿਤੇ ਆ ਜਾਈਏ ਜੀ। ਇਸ ਅੰਦੋਲਨ ਬਾਰੇ ਜਿੰਨਾ ਕੁਝ ਹੁਣ ਤੱਕ ਹੋ ਚੁੱਕਿਆ ਉਹ ਸਾਰਾ ਅਸੀਂ ਬਹੁਤ ਵਾਰ ਉਹਦੇ ਲਈ ਅਸੀਂ ਗੱਲਬਾਤ ਉਹਦੀ ਕੀਤੀ ਆ। ਤੁਸੀਂ ਗੱਲ ਕੀਤੀ ਉੱਥੇ ਲੋਕਲ ਲੋਕਾਂ ਦੀ ਪਰੇਸ਼ਾਨੀ ਦੀ ਤੇ ਉਹਨਾਂ ਤੋਂ ਦਾਗੇ ਗਏ ਸਵਾਲਾਂ ਦੀ, ਜਾਂ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕੋਰਟ ਦੇ ਵਿੱਚ ਦਿੱਤੀਆਂ ਗਈਆਂ ਪਟੀਸ਼ਨਸ ਦੀ। ਬੀਤੇ ਦਿਨੀ ਅਸੀਂ ਦੇਖਿਆ ਸੀਗਾ ਕਿ ਇੱਕ ਪਟੀਸ਼ਨ ਸੀਗੀ ਤੇ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਸੁਣਨ ਤੋਂ ਨਾ ਕਰਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਇਹੋ ਜਿਹੀ ਕਿਸੇ ਪਟੀਸ਼ਨ ਦੀ ਗੱਲ ਕਰਨੀ ਆ ਤੇ ਤੁਸੀਂ ਸੰਬੰਧਿਤ ਹਾਈ ਕੋਰਟ ਕੋਲ ਜਾਓ, ਕਿਉਂਕਿ ਜਿਹੜਾ ਇੱਕ ਰਾਜ ਸਰਕਾਰ ਦਾ ਇੱਕ ਰਸਤਾ ਬੰਦ ਆ ਦਿੱਲੀ ਨੂੰ ਹਰਿਆਣੇ ਤੋਂ ਜਾਣ ਲਈ, ਤੇ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚਲੇ ਜਾਓ ਜੀ। ਪਰ ਕਿਉਂਕਿ ਬਹੁਤ ਸਾਰੀਆਂ ਪਟੀਸ਼ਨਸ ਸਮੇਂ-ਸਮੇਂ ਤੇ ਇਹਦੇ ਲਈ ਆਉਂਦੀਆਂ ਰਹੀਆਂ, ਤੇ ਸਮੇਂ-ਸਮੇਂ ਤੇ ਸੁਪਰੀਮ ਕੋਰਟ ਨੇ ਲਗਭਗ ਹਰ ਵਾਰ ਹੀ ਇਹਨਾਂ ਪਟੀਸ਼ਨਸ ਨੂੰ ਇਹ ਕਹਿ ਕੇ ਖਾਰਿਜ ਕੀਤਾ ਕਿ ਉਹ ਕਿਸਾਨਾਂ ਨੂੰ ਜਾਂ ਕਿਸੇ ਵੀ ਆਮ ਨਾਗਰਿਕ ਨੂੰ ਵਿਰੋਧ ਕਰਨ ਤੋਂ ਰੋਕ ਨਹੀਂ ਸਕਦੇ ਜੀ। ਇਹ ਗੱਲ ਅਸੀਂ ਪਹਿਲਾਂ ਵੀ ਕੀਤੀ ਆ ਕਿ ਮਾਨਯੋਗ ਸੁਪਰੀਮ ਕੋਰਟ ਦਾ ਆਪਣਾ ਇੱਕ ਫੈਸਲਾ ਆ ਕਿ ਰਾਸ਼ਟਰੀ ਰਾਜਮਾਰਗ ਜਾਂ ਜਿਹੜਾ ਸਟੇਟ ਦਾ ਰਾਜਮਾਰਗ ਆ ਉਹ ਰੋਕਿਆ ਨਹੀਂ ਜਾ ਸਕਦਾ। ਪਰ ਉਹਨਾਂ ਨੇ ਕੇਂਦਰ ਨੂੰ ਵੀ ਤਾਂ ਬਹੁਤ ਵਾਰੀ ਕਿਹਾ ਨਾ ਕਿ ਰਸਤੇ ਖੁਲਵਾਓ ਤੇ ਕਿਸਾਨਾਂ ਦੇ ਨਾਲ ਗੱਲ ਕਰੋ। ਬਿਲਕੁਲ, ਮੈਂ ਉਸੇ ਗੱਲ ਤੇ ਆ ਰਿਹਾ। ਇਹ ਸਿਰਫ ਸਵਾਲ ਨੂੰ ਜਾਂ ਉਸ ਕੋਰਟ ਦੇ ਪੁਆਇੰਟ ਆਫ ਵਿਊ ਨੂੰ ਸਮਝਣ ਦੀ ਗੱਲ ਹੈ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੜਕਾਂ ਬੰਦ ਹੋਣੀਆਂ ਚਾਹੀਦੀਆਂ, ਕਿ ਸੜਕਾਂ ਨਾ ਖੁਲਵਾਓ, ਪਰ ਉਹਨਾਂ ਨੇ ਕਿਹਾ ਕਿ ਜਿਹੜੇ ਬੰਦ ਕਰ ਰਹੇ ਆ ਉਹਨਾਂ ਨੂੰ ਨਹੀਂ ਅਸੀਂ ਕਹਿ ਸਕਦੇ, ਉਸ ਦੇ ਕਾਰਨ ਨੂੰ ਵੀ ਦੇਖਿਆ ਜਾਊਗਾ, ਉਹਦੀ ਪਿਸ਼ਟ ਭੂਮੀ ਨੂੰ ਵੀ ਦੇਖਿਆ ਜਾਊਗਾ, ਉਹਦੀ ਬੈਕਗਰਾਉਂਡ ਵੀ ਸਮਝਣੀ ਪਊਗੀ। ਕਿਉਂਕਿ ਜਿਹੜੇ ਲੋਕ ਇਸ ਬੰਦ ਤੋਂ ਪਰੇਸ਼ਾਨ ਨੇ ਉਸ ਤੋਂ ਜ਼ਿਆਦਾ ਉਹ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੇ ਇਹ ਬੰਦ ਕੀਤਾ ਹੋਇਆ। ਬਿਲਕੁਲ, ਜਿਹੜੇ 9-10 ਮਹੀਨੇ ਤੋਂ ਉੱਥੇ ਲੋਕ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਬੈਠੇ ਹੋਏ ਨੇ, ਆ ਰਹੇ ਨੇ, ਜਾ ਰਹੇ ਨੇ, ਲਗਾਤਾਰ ਉੱਥੇ ਇੱਕ ਮੰਗ ਨੂੰ ਲੈ ਕੇ ਡਟੇ ਹੋਏ ਨੇ। ਇਸ ਤੋਂ ਵੱਧ ਉਹ ਕੀ ਕਰ ਸਕਦੇ ਹਨ? ਸੋ ਜਿਹੜਾ ਤੁਸੀਂ ਗੱਲ ਕੀਤੀ, ਬਿਲਕੁਲ ਉਹਨਾਂ ਨੇ ਸਟੇਟ ਨੂੰ ਬਹੁਤ ਵਾਰ ਕਿਹਾ, ਰਾਜ ਸਰਕਾਰਾਂ ਨੂੰ ਵੀ ਕਿਹਾ, ਤੇ ਜਿਹੜੀਆਂ ਹੋਰ ਅਥਾਰਟੀਜ਼ ਆ, ਪੁਲਿਸ ਵਗੈਰਾ, ਉਹਨਾਂ ਨੂੰ ਵੀ ਕਿਹਾ, ਤੇ ਕੇਂਦਰ ਸਰਕਾਰ ਨੂੰ ਵੀ ਬਹੁਤ ਵਾਰ ਇਹ ਗੱਲ ਕਹੀ।
ਅਸੀਂ ਜਾਣਦੇ ਹਾਂ ਕਿ ਜਦੋਂ ਇਹ ਬੰਦ ਹੀ ਹੋਇਆ ਸੀ ਉਦੋਂ ਵੀ ਇੱਕ ਸੁਪਰੀਮ ਕੋਰਟ ਨੇ ਜਲਦੀ ਮੇਰਾ ਖਿਆਲ ਦਸੰਬਰ ਜਨਵਰੀ ਦੇ ਵਿੱਚ ਇੱਕ ਕਮੇਟੀ ਬਣਾਈ ਸੀ। ਉਸ ਕਮੇਟੀ ਦਾ ਬੜਾ ਰੌਲਾ ਪਿਆ ਸੀ। ਬੀਤੇ ਦਿਨੀ ਉਸ ਕਮੇਟੀ ਦੇ ਇੱਕ ਮਾਹਰ ਨੇ, ਇੱਕ ਕਮੇਟੀ ਦੇ ਮੈਂਬਰ ਨੇ ਇਹ ਵੀ ਮੰਗ ਕੀਤੀ ਕਿ ਜਿਹੜੀ ਅਸੀਂ ਰਿਪੋਰਟ ਪੇਸ਼ ਕੀਤੀ ਆ ਸੁਪਰੀਮ ਕੋਰਟ ਉਹ ਰਿਪੋਰਟ ਜਨਤਕ ਕਰੇ ਜੀ। ਸੋ ਇਹਦੇ ਲਈ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਿਹੜਾ ਰਸਤਾ ਖੁਲਵਾਉਣਾ ਆ ਉਹ ਬਿਲਕੁਲ ਠੀਕ ਆ। ਕੁਝ ਲੋਕਾਂ ਦੀ ਮੰਗ ਹੋ ਸਕਦੀ ਹੈ, ਕੁਝ ਦੁਕਾਨਦਾਰ ਨੇ ਉੱਥੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਨੇ, ਜਾਂ ਕੁਝ ਇੰਡਸਟਰੀ ਆ ਦਿੱਲੀ ਦੇ ਆਊਟਰ ਸੈਕਟਰ ਦੇ ਵਿੱਚ ਬਹੁਤ ਸਾਰੀ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ। ਪਰ ਹੁਣ ਜਿਹੜੀ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀਗਾ ਕਿ ਤੁਸੀਂ ਕਿਸਾਨਾਂ ਨਾਲ ਗੱਲ ਕਰੋ। ਤੇ ਬੀਤੇ ਦੇ ਵਿੱਚ ਜਿਹੜੀ ਗੱਲ ਹੋਈ ਆ ਸੋਨੀਪਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਉਹਨਾਂ ਦੇ ਡੀਸੀ ਸਿਵਾਚ ਨੇ, ਕੋਈ ਲਲਿਤ ਸਿਵਾਚ, ਉਹਨਾਂ ਨੇ ਕਿਸਾਨ ਅਧਿਕਾਰੀਆਂ ਨਾਲ, ਉਹਨਾਂ ਦੇ ਸਾਰੇ ਅਧਿਕਾਰੀਆਂ ਨੇ ਕਿਸਾਨ ਅੰਦੋਲਨ ਦੇ ਕੁਝ ਉਹਨਾਂ ਦੇ ਕੋਲ ਗਏ, ਉੱਥੇ ਉਹਨਾਂ ਨਾਲ ਇੱਕ ਮੀਟਿੰਗ ਹੋਈ ਤੇ ਮੀਟਿੰਗ ਵਿੱਚ ਉਹਨਾਂ ਨੇ ਉਸ ਰਸਤੇ ਨੂੰ ਖਾਲੀ ਕਰਨ ਦੀ ਜਾਂ ਰਸਤਾ ਖੋਲ੍ਹਣ ਦੀ ਜਾਂ ਇੱਕ ਪਾਸੇ ਦਾ ਲਾਂਘਾ ਦੇਣ ਦੀ ਜਿਹੜੀ ਗੱਲ ਉਹਨਾਂ ਦੇ ਸਾਹਮਣੇ ਰੱਖੀ ਜੀ। ਤੇ ਜਿਹੜੀ ਤੁਸੀਂ ਜਿਹਨਾਂ ਸ਼ਬਦਾਂ ਤੋਂ ਤੁਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਬਿਲਕੁਲ ਉਹ ਦੋ ਸ਼ਬਦ ਜਿਹੜੇ ਨੇ ਉਹ ਕਿਸਾਨ ਅੰਦੋਲਨ ਦੇ ਆਗੂਆਂ ਦੇ ਬਿਲਕੁਲ ਦਿਮਾਗ 'ਚ ਵੀ ਨੇ ਤੇ ਉਹਨਾਂ ਦੇ ਉਹ ਪੱਲੇ 'ਚ ਵੀ ਨੇ ਤੇ ਉਹਨਾਂ ਦੇ ਮੂੰਹ ਤੇ ਵੀ ਉਹੀ ਨੇ। ਸਬਰ ਤੇ ਸ਼ਾਂਤੀ ਜਾਂ ਸਿਦਕ ਜਾਂ ਫਿਰ ਉਹਨੂੰ ਸਮਝੌਤੇ ਨਾਲ ਕਹਿ ਲਈਏ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਰਸਤਾ ਖਾਲੀ ਕਰਨ 'ਚ ਕੋਈ ਪ੍ਰੋਬਲਮ ਨਹੀਂ, ਤੁਸੀਂ ਸਾਨੂੰ ਕੋਈ ਅਲਟਰਨੇਟ ਸਪੇਸ ਦੇ ਦਿਓ ਜਿੱਥੇ ਅਸੀਂ ਆਪਣਾ ਅੰਦੋਲਨ ਕਰ ਸਕੀਏ ਤੇ ਅਸੀਂ ਇਹਨੂੰ ਖਾਲੀ ਕਰ ਦਿੰਦੇ ਹਾਂ, ਕਿਉਂਕਿ ਕਿਸਾਨਾਂ ਦਾ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਆ। ਬਿਲਕੁਲ, ਇਹ ਮੇਰੇ ਬਿਲਕੁਲ ਅਗਲੇ ਸ਼ਬਦ ਸੀ ਕਿ ਅੰਦੋਲਨ ਜਿਹੜਾ ਆ ਉਹ ਸਰਕਾਰ ਤੋਂ ਆਪਣੀਆਂ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਆ। ਉਹਦਾ ਕਿਤੇ ਵੀ ਇਹ ਜਿਹੜਾ ਤਰੀਕਾ ਨਹੀਂ ਹੈਗਾ ਜਾਂ ਕਿਤੇ ਵੀ ਉਹਨਾਂ ਦੀ ਇਹ ਮਨਸ਼ਾ ਨਹੀਂ ਹੈਗੀ, ਕਿਤੇ ਵੀ ਉਹਨਾਂ ਦਾ ਇਹ ਅਕੀਦਾ ਨਹੀਂ ਹੈਗਾ ਕਿ ਇਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਵੇ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉਹ ਲੋਕ ਬਿਲਕੁਲ ਪਰੇਸ਼ਾਨ ਹੋਣਗੇ ਜਿਨ੍ਹਾਂ ਦਾ ਰਸਤਾ ਬੰਦ ਆ, ਪਰ ਜਿਨ੍ਹਾਂ ਨੇ 400-500 ਕਿਲੋਮੀਟਰ ਤੋਂ 600 ਕਿਲੋਮੀਟਰ ਤੋਂ ਪੰਜਾਬ ਤੋਂ, ਹਰਿਆਣੇ ਤੋਂ, ਗੁਜਰਾਤ ਤੋਂ, ਮਹਾਰਾਸ਼ਟਰ ਤੋਂ, ਮੱਧ ਪ੍ਰਦੇਸ਼ ਤੋਂ, ਕੇਰਲਾ ਤੋਂ, ਜਿੱਥੋਂ ਉਹ ਕਿਸਾਨ ਆ ਕੇ ਬੈਠੇ ਨੇ, ਜ਼ਾਹਿਰਾ ਤੌਰ ਤੇ ਉਹ ਉਹਨਾਂ ਲੋਕਾਂ ਨਾਲੋਂ ਜ਼ਿਆਦਾ ਦੁਖੀ ਨੇ, ਜ਼ਿਆਦਾ ਪਰੇਸ਼ਾਨ ਨੇ, ਉਹਨਾਂ ਦੀ ਸਮੱਸਿਆ ਜ਼ਿਆਦਾ ਵੱਡੀ ਹੈ। ਜਿਹੜੇ ਬਹੁਤ ਸਾਰੇ ਲੋਕ ਇਸ ਅੰਦੋਲਨ ਨੂੰ ਮਾੜਾ ਕਹਿੰਦੇ ਨੇ, ਗਲਤ ਕਹਿੰਦੇ ਨੇ, ਉਹ ਆਪ ਇਹੋ ਜਿਹਾ ਕੁਝ ਕਰਕੇ ਤਾਂ ਦਿਖਾਉਣ। ਬਿਲਕੁਲ, ਜੇਕਰ ਇਹ ਗਲਤ ਹੋਵੇ ਤੇ ਕਿਸੇ ਵੀ ਗਲਤੀ ਲਈ ਕੋਈ ਵੀ ਬੰਦਾ ਸੜਕ ਤੇ ਜਾ ਕੇ ਨਹੀਂ ਬੈਠਦਾ ਜੇ ਉਹ ਆਪ ਗਲਤ ਹੋਵੇ। ਇੱਕ ਦਿਨ ਘਰ ਛੱਡ ਕੇ ਕਿਤੇ ਚਲੇ ਜਾਈਏ ਨਾ ਤੇ ਤਕਲੀਫ ਹੋਣ ਲੱਗ ਜਾਂਦੀ, ਤੇ ਉਹਨਾਂ ਨੂੰ 10-11 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਜੀ। ਤੇ ਬਿਲਕੁਲ ਬੜੇ ਸੁਹਿਰਦ ਮਾਹੌਲ 'ਚ ਮੀਟਿੰਗ ਹੋਈ ਆ ਤੇ ਫਿਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਇਹ ਗੱਲ ਰੱਖਾਂਗੇ ਜਿਹੜੀ ਤੁਸੀਂ ਸਾਨੂੰ ਦੱਸੀ ਆ, ਪਰ ਜਿਹੜੀ ਅਸੀਂ ਤੁਹਾਨੂੰ ਗੱਲ ਕਹੀ ਆ ਤੁਸੀਂ ਉਹਦੇ ਤੇ ਵੀ ਗੌਰ ਕਰੋ ਕਿ ਸਾਨੂੰ ਇੱਕ ਅਲਟਰਨੇਟ ਜਿਹੜੀ ਆ ਸਪੇਸ ਦਿਓ ਅੰਦੋਲਨ ਕਰਨ ਲਈ, ਤੇ ਅਸੀਂ ਤੁਹਾਡਾ ਰਸਤਾ ਜਿਹੜਾ ਛੱਡ ਦਿੰਦੇ ਆ, ਸਾਨੂੰ ਕੋਈ ਦਿੱਕਤ ਨਹੀਂ। ਜੀ ਸ਼ਰਮਾ ਜੀ, ਕਹਿੰਦੇ ਹੁੰਦੇ ਸਿਆਣੇ ਵੀ ਜੇ ਕਮਲਾ ਹੋ ਜੇ ਇੱਕ ਤੇ ਸਮਝਾਵੇ ਵਿਹੜਾ, ਤੇ ਜੇ ਕਮਲਾ ਹੀ ਹੋ ਜੇ ਵਿਹੜਾ ਤੇ ਫਿਰ ਸਮਝਾਵੇ ਕਿਹੜਾ। ਇਹ ਜਿਹੜਾ ਅਖਾਣ ਆ ਇਹ ਢੁਕਦਾ ਭਾਜਪਾ ਆਗੂਆਂ ਤੇ। ਪਹਿਲਾਂ ਕੇਂਦਰ ਕਹਿੰਦੀ ਸੀ ਵੀ ਕਿਸਾਨ ਅੰਦੋਲਨਕਾਰੀ ਕਿਸਾਨ ਜਿਹੜੇ ਨੇ ਇਹ ਅੱਤਵਾਦੀ ਨੇ, ਇਹ ਮਾਓਵਾਦੀ ਨੇ। ਫਿਰ ਹਰਜੀਤ ਸਿੰਘ ਗਰੇਵਾਲ ਉੱਠਦੇ ਨੇ, ਉਹ ਕਹਿੰਦੇ ਨੇ ਵੀ ਕਿਸਾਨ ਅਪਰਾਧੀ ਨੇ। ਫਿਰ ਇੱਕ ਹੋਰ ਹਰਿੰਦਰ ਸਿੰਘ ਕਾਲੋਂ ਉੱਠਦੇ ਨੇ, ਉਹ ਕਹਿੰਦੇ ਨੇ ਵੀ ਜੇ ਮੈਂ ਪੀਐਮ ਦੀ ਜਗ੍ਹਾ ਤੇ ਹੁੰਦਾ ਤੇ ਮਾਰ-ਮਾਰ ਡੰਡੇ ਇਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੰਦਾ। ਤੇ ਹੁਣ ਹਰਿਆਣਾ ਦੇ ਜਿਹੜੇ ਸਿਹਤ ਮੰਤਰੀ ਨੇ ਅਨਿਲ ਵਿਜ, ਉਹਨਾਂ ਨੇ ਆਪਣੇ ਭਰਾਵਾਂ ਦਾ ਪੂਰਾ ਸਾਥ ਦਿੱਤਾ, ਵਿਵਾਦਾਂ ਨੂੰ ਹਵਾ ਦਿੱਤੀ ਆ। ਕੀ ਕਹਿੰਦੇ ਨੇ ਉਹ ਹੁਣ? ਦੇਖੋ, ਤੁਸੀਂ ਬੜੇ ਲੋਕਾਂ ਦਾ ਨਾਮ ਲਿਆ ਪਰ ਤੁਸੀਂ ਪ੍ਰਧਾਨ ਮੰਤਰੀ ਨੂੰ ਛੱਡ ਲਿਆ ਜਿਹੜੇ ਕਹਿੰਦੇ ਸੀ ਕਿ ਇਹ ਅੰਦੋਲਨ ਜੀਵੀ ਨੇ। ਮੈਂ ਤੇ ਕਹਿਤਾ ਵੀ ਕੇਂਦਰ ਵੀ ਬੜਾ ਕੁਝ ਕਹਿੰਦੀ ਹੈ, ਤੇ ਉਹਦੇ ਨਾਲ ਦੀ ਨਾਲ ਪੰਜਾਬ ਦੀਆਂ ਵੀ ਕਈ ਤਰ੍ਹਾਂ ਕਹਿੰਦੀਆਂ ਸੀ ਕਿ ਇਹ ਤਾਂ ਕਿਸਾਨ ਹੀ ਨਹੀਂ, ਇਹ ਤਾਂ ਨਕਸਲਾਈਟ ਨੇ, ਜਾਂ ਇਹ ਤਾਂ ਕਮਿਊਨਿਜ਼ਮ ਦੇ ਪੱਟੇ ਹੋਏ ਲੋਕ ਨੇ, ਜਾਂ ਇਹ ਤਾਂ ਲਾਲ ਝੰਡੇ ਵਾਲੇ ਨੇ। ਤੇ ਹਾਲੇ ਵੀ ਕਈ ਲੋਕ ਉਹਨਾਂ ਨੂੰ ਮਾਓਵਾਦੀ ਜਾਂ ਕੁਝ ਬਹੁਤ ਸਾਰੇ ਸ਼ਬਦਾਂ ਨਾਲ, ਅਪਸ਼ਬਦਾਂ ਨਾਲ ਨਵਾਜਦੇ ਨੇ। ਪਰ ਇਸ ਅੰਦੋਲਨ ਨੂੰ ਜਿੰਨੀ ਸਹਿਮਤੀ ਇੰਟਰਨੈਸ਼ਨਲ ਲੈਵਲ ਤੇ ਮਿਲੀ ਹੈ, ਜਿੰਨੀਆਂ ਕੁ ਪਾਰਲੀਮੈਂਟਸ ਦੁਨੀਆ ਦੀਆਂ ਵਿੱਚ ਇਹਦੀ ਚਰਚਾ ਹੋਈ ਆ, ਜਿੰਨੀ ਕਿ ਇਹਦੀ ਮਨੁੱਖੀ ਅਧਿਕਾਰ ਦੀਆਂ ਬਾਹਰਲੀਆਂ ਸੰਸਥਾਵਾਂ ਨੇ ਚਰਚਾ ਕੀਤੀ ਆ, ਜਿੰਨਾ ਇਹਦੇ ਬਾਰੇ ਦੁਨੀਆ ਦੇ ਮੀਡੀਆ ਨੇ ਲਿਖਿਆ, ਉਹਨਾਂ ਭਾਰਤ ਦੇ ਮੀਡੀਆ ਨੇ, ਸ਼ਾਇਦ ਨੈਸ਼ਨਲ ਮੀਡੀਆ ਨੇ ਉਹਦੇ ਬਾਰੇ ਨਹੀਂ ਲਿਖਿਆ। ਤੁਸੀਂ ਗੱਲ ਕੀਤੀ ਆ ਬੀਜੇਪੀ ਦੇ ਮਿਨਿਸਟਰਸ ਦੀ, ਤੇ ਬਿਲਕੁਲ ਤੁਹਾਡੀ ਗੱਲ ਠੀਕ ਆ। ਉਹ ਸਮਝਾਵੇ ਕਿਹੜਾ ਤੇ ਵਿਹੜੇ ਵਾਲੀ ਤੁਸੀਂ ਗੱਲ ਕੀਤੀ। ਵਿਹੜੇ ਦਾ ਮਤਲਬ ਹੁੰਦਾ ਸੀ ਪਰਿਵਾਰ ਤੇ ਕੁਝ ਲੋਕ ਜਿਹੜੇ ਇੱਕ ਬੰਦੇ ਦੀ ਗਲਤੀ ਦੇ ਉੱਤੇ ਉਹਨੂੰ ਸਮਝਾਉਂਦੇ, ਨਿਸ਼ਾਨ ਦਿੰਦੇ ਸੀ ਕਿ ਨਹੀਂ ਵੀ ਇਦਾਂ ਨਹੀਂ, ਤੂੰ ਇਦਾਂ ਕਰਨਾ ਚਾਹੀਦਾ, ਇਦਾਂ ਨਹੀਂ ਬੋਲਣਾ ਚਾਹੀਦਾ, ਇਦਾਂ ਚੱਲਣਾ ਚਾਹੀਦਾ। ਪਰ ਜਦੋਂ ਇਹ ਸਾਰਾ ਵਿਹੜਾ ਹੀ ਇਸ ਲਾਈਨ ਤੇ ਤੁਰਿਆ ਹੋਇਆ, ਇਸੇ ਗੱਲ ਨੂੰ ਅੱਜ ਤੋਂ ਨਹੀਂ, ਫਰੋਮ ਦਾ ਡੇ 1 ਜਦੋਂ ਤੋਂ ਇਹ ਲੋਕ ਸਭਾ 'ਚ ਪਾਸ ਹੋਏ ਨੇ, ਉਸ ਤੋਂ ਪਹਿਲਾਂ ਜਦੋਂ ਇਹ ਆਰਡੀਨੈਂਸ ਜਾਰੀ ਹੁੰਦਾ, ਸਾਰੇ ਐਮਪੀਜ਼ ਨੂੰ ਮਿਲਦਾ, ਉਦੋਂ ਤੋਂ ਹੀ ਹੁਣ ਤਾਂ ਉਹ ਇੱਕ ਦਿਨ, 10 ਦਿਨ, ਹਫ਼ਤਾ, ਮਹੀਨੇ, ਸਾਲਾਂ ਤੇ ਗੱਲ ਪਹੁੰਚ ਗਈ। ਪਿਛਲੇ ਸਾਲ ਦੀ ਗੱਲ ਹੈ, ਸਤੰਬਰ ਦੀ, ਜਦੋਂ ਇਹ ਕਾਨੂੰਨ ਪਾਸ ਹੋਏ, ਉਦੋਂ ਤੋਂ ਹੀ ਲਗਾਤਾਰ ਕਿਸਾਨ ਆਗੂ ਤੇ ਆਮ ਲੋਕ ਉਹਨਾਂ ਮੀਟਿੰਗਾਂ ਦੇ ਗਵਾਹ ਨੇ। ਜਦੋਂ 11 ਵਾਰ ਮੀਟਿੰਗ ਹੁੰਦੀ ਆ ਤੇ
ਅੱਖਰ ਸਮਝਾਇਆ ਜਾਂਦਾ ਤੇ ਦੱਸਿਆ ਜਾਂਦਾ ਐਕਸਪਲੇਨ ਕਰਕੇ ਕਿ ਕਾਨੂੰਨ ਗਲਤ ਨੇ ਜੀ। ਤੇ ਉੱਥੇ ਅਮਿਤ ਸ਼ਾਹ ਜਿਹੜੀ ਇੱਕ ਗੈਰ ਰਸਮੀ ਮੀਟਿੰਗ 'ਚ ਸ਼ਾਮਲ ਹੋਏ, ਉਹਨਾਂ ਨੇ ਮੰਨਿਆ ਵੀ ਕਿ ਇਹ ਕਾਨੂੰਨ ਦੇ ਜਿਹੜੇ ਨੇ ਠੀਕ ਨਹੀਂ ਹੈਗੇ, ਤੁਸੀਂ ਇਹ ਤੋਂ ਸਾਡੇ ਕੋਲ ਸਾਰਾ ਕੁਝ ਹੀ ਕਰਵਾ ਲਓ, ਬਸ ਸਾਡੀ ਈਗੋ ਕਰਕੇ ਜਾਂ ਸਾਡੀ ਹਉਮੈ ਕਰਕੇ ਜਿਹੜਾ ਕਾਨੂੰਨਾਂ ਦਾ ਖਾਲੀ ਡੱਬਾ ਆ ਉਹਨੂੰ ਰਹਿਣ ਦਿਓ। ਜੀ। ਪਰ ਫਿਰ ਵੀ ਇਹ ਲੋਕ ਜਿਹੜੇ ਨੇ ਉਹ ਕਿਸਾਨਾਂ ਨੂੰ ਕਿਸਾਨ ਮੰਨਣ ਲਈ ਤਿਆਰ ਨਹੀਂ। ਇਹ ਇੱਕ ਬਹੁਤ ਬਦਦਿਮਾਗੀ ਤੁਸੀਂ ਇਹਨੂੰ ਕਹਿ ਸਕਦੇ ਹੋ। ਇਹ ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਆ ਕਿ ਅਸੀਂ ਜਿਹੜੀ ਗੱਲ ਕਰ ਲਈ ਆ ਉਸ ਤੋਂ ਮੰਨਣਾ ਹੀ ਨਹੀਂ। ਉਹਦੇ 'ਚ ਤੁਸੀਂ ਜਿਹੜਾ ਅਨਿਲ ਵਿਜ ਦਾ ਨਾਮ ਲਿਆ ਕਿ ਇਹ ਗਦਰ ਆ, ਉਹਨਾਂ ਨੇ ਕਿਸੇ ਨੇ ਇਹਨਾਂ ਨੂੰ ਅੰਦੋਲਨਜੀਵੀ ਕਿਹਾ ਸੀ, ਕਿਸੇ ਨੇ ਨੈਕਸਲਾਈਟ ਕਿਹਾ ਸੀ, ਇਹਨਾਂ ਨੇ ਹੁਣ ਗਦਰੀ ਕਹਿ ਦਿੱਤਾ। ਤੇ ਹੁਣ ਇਹਨਾਂ ਨੇ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਇਤਿਹਾਸ ਪੜ੍ਹਿਆ ਕਿ ਨਹੀਂ ਪੜ੍ਹਿਆ ਤੇ ਗਦਰੀ ਬਾਬੇ ਕਿ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਤੇ ਕੀ ਉਹ ਕਰਦੇ ਸੀ। ਪਰ ਇਹਨਾਂ ਨੂੰ ਸਿਰਫ ਗਦਰ ਸ਼ਬਦ ਦਾ ਪਤਾ ਆ ਵੀ ਉਹ ਜਿਹੜਾ ਇੱਕ ਸ਼ਬਦ ਆ ਜਿਹਦਾ ਸਬੰਧ ਹਿੰਸਾ ਨਾਲ ਆ ਜਾਂ ਫਿਰ ਕਿਸੇ ਵੀ ਚੀਜ਼ ਨੂੰ ਉਲਟਾਉਣ ਨਾਲ ਆ ਤੇ ਆਪਣੀ ਗੱਲ ਮਨਾਉਣ ਲਈ ਹਿੰਸਾ ਦੀ ਵਰਤੋਂ ਕਰਨ ਨਾਲ ਆ। ਪਰ ਜੇਕਰ ਕਿਸਾਨਾਂ ਨੇ ਕੋਈ ਗਦਰ ਮਚਾਇਆ ਹੁੰਦਾ ਤਾਂ ਫਿਰ ਉਹ ਤੁਹਾਡੇ ਨਾਲ ਮੀਟਿੰਗ 'ਚ ਆ ਕੇ ਇਹ ਨਾ ਕਹਿੰਦੇ ਵੀ ਸਾਨੂੰ ਰਸਤਾ ਹੋਰ ਦੇ ਦਿਓ ਤੇ ਅਸੀਂ ਇਹ ਰਸਤਾ ਖਾਲੀ ਕਰ ਦੇਣਾ। ਪਰ ਇਹ ਧੱਕੇ ਨਾਲ ਹਿੰਸਾ ਦੀ ਪਰਤ ਜਿਹੜੀ ਉਹ ਕਿਸਾਨ ਅੰਦੋਲਨ ਤੇ ਡੇ 1 ਤੋਂ ਹੀ ਚੜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਪਰਤ ਚੜਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹ ਪਰਤ ਅੱਜ ਤੱਕ ਇਹ 1 mm ਵੀ ਚੜਾ ਨਹੀਂ ਸਕੇ ਉਸ ਅੰਦੋਲਨ ਦੇ ਉੱਤੇ। ਜਿੰਨਾ ਕਿ ਇਹਨਾਂ ਨੇ ਰੌਲਾ ਉਸ ਅੰਦੋਲਨ ਨੂੰ ਖਰਾਬ ਕਰਨ ਲਈ ਪਾਇਆ, ਉਸ ਤੋਂ ਜ਼ਿਆਦਾ ਉਹ ਚੰਗਾ ਹੋ ਕੇ ਤੇ ਨਿਖਰ ਕੇ ਸਾਹਮਣੇ ਆਇਆ। ਚਾਹੇ ਉਹ 26 ਜਨਵਰੀ ਦੀ ਘਟਨਾ ਤੁਸੀਂ ਲੈ ਲਓ ਜਾਂ ਫਿਰ ਪੰਜਾਬ ਦੇ ਵਿੱਚ ਜੋ ਕੁਝ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਜੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਹੁਣ ਕਰਵਾ ਰਹੀਆਂ, ਉਹ ਸਭ ਨੂੰ ਕਾਸੇ ਨੂੰ ਦੇਖਦੇ ਹੋਏ, ਚਾਹੇ ਅਨਿਲ ਵਿਜ ਦਾ ਬੋਲਣਾ ਹੋਵੇ ਤੇ ਚਾਹੇ ਉਹ ਪ੍ਰਧਾਨ ਮੰਤਰੀ ਦਾ, ਉਹ ਜਿਹੜਾ ਸਾਰਾ ਕੁਝ ਆ ਉਹ ਘੱਟੇ ਮਿੱਟੀ 'ਚ ਹੀ ਆ। ਜੀ। ਕਿਸਾਨ ਅੰਦੋਲਨ ਦੀਆਂ ਗੱਲਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਿਸਾਨ ਅੰਦੋਲਨ ਦੀ ਚੱਲ ਰਹੀ ਹੈ ਤੇ ਜੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਅੰਦੋਲਨ ਆ ਦਿੱਲੀ ਹਰਿਆਣੇ ਜਾ ਕੇ ਕਰੋ। ਜੀ। ਉਹਨਾਂ ਨੂੰ ਪੰਜਾਬ ਦੀ ਆਰਥਿਕ ਸਥਿਤੀ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਸਤਾ ਰਹੀ ਹੈ। ਬਿਲਕੁਲ, ਮੁੱਖ ਮੰਤਰੀ ਨੇ ਜੀ। ਮੁੱਖ ਮੰਤਰੀ ਨੇ, ਹਾਂ। ਤੇ ਕੀ ਕੁਝ ਕਹਿ ਰਹੇ ਹੁਣ ਉਹ ਆਪਣੀ ਸਫਾਈ ਦੇ ਵਿੱਚ? ਕਿਤੇ ਇਹ ਤਾਂ ਨਹੀਂ ਕਹਿ ਰਹੇ ਕਿ ਮੇਰੀਆਂ ਗੱਲਾਂ ਨੂੰ ਹੋਰ ਤਰੀਕੇ ਨਾਲ ਪੇਸ਼ ਕਰਤਾ? ਦੇਖੋ, ਇਹ ਤਾਂ ਤੁਸੀਂ ਪੱਕਾ ਡਾਇਲੌਗ ਰੱਖਿਆ ਹੋਇਆ ਤੇ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਉਹ ਕੀ ਕਹਿ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਹਰਿਆਣੇ ਦੀ ਗੱਲ ਕਰਦੇ ਸੀ ਕਿ ਅਨਿਲ ਵਿਜ ਨੇ ਇਹਨੂੰ ਗਦਰ ਕਿਹਾ ਤੇ ਇੱਕ ਉਹਦੇ 'ਚ ਇੱਕ ਹੋਰ ਨਾਮ ਜੁੜਿਆ, ਓਪੀ ਧਨਖੜ। ਹਰਿਆਣਾ ਦੇ ਵਿੱਚ ਹੀ ਮਿਨਿਸਟਰ ਨੇ, ਬੀਜੇਪੀ ਦੇ ਵੱਡੇ ਲੀਡਰ ਮੰਨੇ ਜਾਂਦੇ ਨੇ। ਹਾਲਾਂਕਿ ਬਹੁਤ ਉਮਰ ਨਹੀਂ ਹੈਗੀ ਉਹਨਾਂ ਦੀ ਤੇ ਜਿਹੜੀ ਉਹਨਾਂ ਦੀ ਗੱਲਬਾਤ ਆ ਉਹਨਾਂ ਨੇ ਵੀ ਉਹੀ ਲਾਈਨ ਫੜੀ ਆ। ਉਹਨਾਂ ਨੇ ਇੱਕ ਹੋਰ ਰਾਗ ਲਾਪਿਆ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦਿੱਲੀ ਦੀ ਸੜਕਾਂ ਦੇ ਉੱਤੇ ਲੱਗਣ ਨਾਲ, ਹਰਿਆਣਾ ਦਿੱਲੀ ਬਾਰਡਰ ਤੇ ਲੱਗਣ ਨਾਲ, ਜਿਹੜੇ ਹਰਿਆਣੇ ਦੇ ਇਨਫੈਕਟਡ ਜ਼ਿਲ੍ਹੇ ਨੇ, ਜਿੱਥੇ ਉਸ ਅੰਦੋਲਨ ਦਾ ਅਸਰ ਆ, ਜਿਹੜੇ ਨੇੜੇ ਲੱਗਦੇ ਜ਼ਿਲ੍ਹੇ ਨੇ, ਸੋਨੀਪਤ ਆ ਜਾਂ ਝੱਜਰ ਆ ਜਾਂ ਇੱਕ ਦੋ ਹੋ ਰਿਹਾ, ਉੱਥੇ ਨਸ਼ਾ ਵਧਿਆ ਉਹਦੇ ਨਾਲ। ਨਵਾਂ ਠੀਕਰਾ ਪੰਥ। ਬਿਲਕੁਲ, ਮਤਲਬ ਇੱਕ ਵੱਖਰੀ ਤਰੀਕੇ ਦਾ ਇੱਕ ਇਲਜ਼ਾਮ ਲੱਭ ਕੇ ਲਿਆਏ ਨੇ ਉਹ ਕਿ ਇਸ ਅੰਦੋਲਨ ਦੇ ਇੱਥੇ ਆਉਣ ਨਾਲ ਜਿਹੜਾ ਆ ਇੱਥੇ ਨਸ਼ਾ ਵਧਿਆ। ਨਾਲ ਦੀ ਨਾਲ ਉਹਨਾਂ ਨੇ ਗੱਲਾਂ ਕੀਤੀਆਂ। ਵਿਜ ਸਾਹਿਬ ਨੇ ਵੀ ਕਿਹਾ ਕਿ ਅੰਦੋਲਨਕਾਰੀ ਜਿਹੜੇ ਨੇ ਉਹ ਡੰਡੇ ਜਾਂ ਤਲਵਾਰਾਂ ਲੈ ਕੇ ਨਹੀਂ ਆਉਂਦੇ ਤੇ ਅੰਦੋਲਨਕਾਰੀ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠਦੇ ਨੇ ਜਾਂ ਅੰਦੋਲਨ ਕਰਦੇ ਨੇ, ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੈਗਾ, ਇੱਥੇ ਤਾਂ ਸਾਰੇ ਸੈਰ ਕਰਨ ਆਉਂਦੇ ਨੇ। ਸੋ ਹੁਣ ਇਹ ਨਸ਼ੇ ਦੇ ਨਾਲ ਪੰਜਾਬ ਨੂੰ ਜੋੜਨਾ, ਨਸ਼ੇ ਦੇ ਨਾਲ ਅੰਦੋਲਨ ਨੂੰ ਜੋੜਨਾ ਤੇ ਹਰਿਆਣੇ ਦੇ ਵਿੱਚ ਇਸ ਅੰਦੋਲਨ ਦੀ ਵਜ੍ਹਾ ਨਾਲ ਨਸ਼ਾ ਵਧਣਾ, ਇਹ ਇੱਕ ਬਿਲਕੁਲ ਸੋਚੀ ਸਮਝੀ ਜਿਹੜੀ ਚਾਲ ਆ ਕਿ ਅੰਦੋਲਨ ਨੂੰ ਤੁਸੀਂ ਥੋੜਾ ਜਿਹਾ ਹੋਰ ਬਦਨਾਮ ਕਰੋ। ਆਪਣੇ ਵੱਲੋਂ ਤੇ ਪੂਰਾ ਕਰਨਗੇ ਉਹ, ਤੇ ਜਿਹੜਾ ਉਹਨਾਂ ਕੋਲ ਸਪੈਸ਼ਲ ਟਾਈਪ ਆਫ ਮੀਡੀਆ ਆ ਉਹ ਉਹਦੇ 'ਚ ਪੂਰੀ ਕਸਰ ਨਹੀਂ ਛੱਡੇਗਾ। ਬਹੁਤ ਸਾਰੇ ਚੈਨਲ ਨੇ, ਬਹੁਤ ਸਾਰੇ ਐਂਕਰਸ ਨੇ, ਬਹੁਤ ਸਾਰੀਆਂ ਬੀਬੀਆਂ ਹੋਣਗੀਆਂ ਜਿਹੜੀਆਂ ਗਲਾ ਪਾੜ ਕੇ ਇਹ ਗੱਲ ਬੋਲਣਗੀਆਂ ਕਿ ਅੰਦੋਲਨ की वजह से हरियाणा में नशा बढ़ा, अंदोलन वाले लोग रखते हैं हथियार ਤੇ ਅਸੀਂ ਪੰਜਾਬ ਦੇ ਲੋਕ ਸਮਝਦੇ ਹਾਂ ਕਿ ਸਾਡੇ ਕੋਲ ਇੱਕ ਅੱਧੀ ਡਾਂਗ ਜਾਂ ਇੱਕ ਅੱਧਾ ਡੰਡਾ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਖੇਤੀ ਵਾਲੇ ਲੋਕ ਬੰਦੇ ਆ, ਜਦੋਂ ਖੇਤਾਂ ਨੂੰ ਜਾਂਦੇ ਹਾਂ ਤੇ ਅਕਸਰ ਹੀ ਹੁੰਦਾ ਤੇ ਕਿਰਪਾਨ ਨੂੰ ਫਿਰ ਜਦੋਂ ਕੱਲ ਕੋਈ ਬੰਦਾ ਹੋਰੇ ਦੀ ਗੱਲ ਇਸ ਗੱਲ ਦਾ ਵਿਰੋਧ ਕਰੇਗਾ ਕਿ ਤੁਸੀਂ ਧਾਰਮਿਕ ਚਿੰਨ੍ਹ ਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਆ, ਤਦ ਵੀ ਇਹਦਾ ਜਿਹੜਾ ਬਖੇੜਾ ਆ ਉਹ ਬਣੇਗਾ। ਪਰ ਗੱਲ ਸਿਰਫ ਉਹੀ ਆ ਕਿ ਅਸੀਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਕਈ ਵਾਰ ਅਸੀਂ ਸਮੱਸਿਆ ਨੂੰ ਨਹੀਂ ਸਮਝਦੇ ਤੇ ਉਹਦੇ ਹੱਲ ਲੱਭਣ ਲਈ ਦੂਜੀ ਧਿਰ ਦੇ ਉੱਤੇ ਵਾਰ ਕਰੀ ਜਾਂਦੇ ਆ ਕਿ ਉਹ ਜੋ ਮੰਗ ਰਹੇ ਨੇ ਉਹ ਗਲਤ ਨੇ। ਜੇਕਰ ਇੰਨਾ ਜ਼ੋਰ ਬੀਜੇਪੀ ਦੇ ਲੋਕ
ਜਾਂ ਇਸ ਅੰਦੋਲਨ ਨੂੰ ਬੁਰਾ ਦੱਸਣ ਵਾਲੇ ਲੋਕ ਜਿਹੜੇ ਵੀ ਉਹ ਕਿਸੇ ਹੋਰ ਧਿਰ ਨਾਲ ਵੀ ਜੁੜੇ ਹੋਣ, ਵੈਸੇ ਹੋਰ ਕੋਈ ਧਿਰ ਹੈ ਨਹੀਂ ਸਿਆਸੀ ਜੇ ਗੱਲ ਕਰੀਏ, ਸਿਰਫ ਔਰ ਸਿਰਫ ਬੀਜੇਪੀ ਨੂੰ ਇਹ ਅੰਦੋਲਨ ਜਿਹੜਾ ਹੈ ਚੁੱਭ ਰਿਹਾ, ਖਾਸ ਤੌਰ ਤੇ ਹਰਿਆਣਾ ਬੀਜੇਪੀ ਨੂੰ, ਸੈਂਟਰ ਨੂੰ ਤੇ ਹਾਲੇ ਇਹਦੀ ਪਰੇਸ਼ਾਨੀ ਜਿਹੜੀ ਆ ਉਨੀ ਉਹ ਮਹਿਸੂਸ ਨਹੀਂ ਕਰਦੇ। ਉਹ ਇਹਨੂੰ ਇਦਾਂ ਹੀ ਸਮਝਦੇ ਆ ਕਿ ਕੋਈ ਵੱਡੀ ਗੱਲ ਨਹੀਂ ਹੈਗੀ, ਜੇ ਕੁਝ ਲੋਕ ਬੈਠੇ ਵੀ ਆ ਤਾਂ ਨਹੀਂ। ਪਰ ਹਰਿਆਣਾ ਕਿਉਂਕਿ ਉਹਦੇ ਨਾਲ 2-4 ਹੋ ਰਿਹਾ ਰੋਜ਼ ਉਹਨਾਂ ਸਮੱਸਿਆਵਾਂ ਨਾਲ, ਤੇ ਇੰਨਾ ਜ਼ੋਰ ਜੇਕਰ ਇਹ ਸਰਕਾਰ ਨੂੰ ਦੱਸਣ ਤੇ ਲਾਉਣ ਕਿ ਇਸ ਅੰਦੋਲਨ ਨੂੰ ਜਲਦੀ ਮੁਕਾਇਆ ਜਾਵੇ, ਜਿਵੇਂ ਕਿ ਸੁਪਰੀਮ ਕੋਰਟ ਨੇ ਕੀਤਾ ਹੁਣ ਤੱਕ, ਕਿ ਸਿੱਧੋ ਸਿੱਧੀ ਉਹਨਾਂ ਨੇ ਕਿਸਾਨਾਂ ਨੂੰ ਇੱਕ ਵਾਰ ਵੀ ਨਹੀਂ ਕਿਹਾ, ਪਰ ਸਟੇਟਸ ਨੂੰ ਇਹ ਗੱਲ ਕਹੀ ਆ ਕਿ ਇਸ ਅੰਦੋਲਨ ਦਾ ਜਿਹੜਾ ਇੱਕ ਹੱਲ ਆ ਉਹ ਲੱਭਿਆ ਜਾਵੇ, ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਚੰਗੀ ਗੱਲ ਹੁੰਦੀ। ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਆਰਥਿਕਤਾ ਬਾਰੇ ਪਰੇਸ਼ਾਨੀ ਹੋਣ ਦੀ, ਤੇ ਉਸ ਆਰਥਿਕਤਾ ਨੂੰ ਲੈ ਕੇ ਹੀ ਅੰਦੋਲਨ ਨਾਲ ਚਿੰਤਿਤ ਹੋਣ ਦੀ, ਕਿ ਪੰਜਾਬ ਦੇ ਵਿੱਚ 113 ਜਗ੍ਹਾ ਦੇ ਉੱਤੇ ਧਰਨੇ ਲੱਗੇ ਹੋਏ ਨੇ। ਜਿਹੜੀ ਅੱਜ ਉਹਨਾਂ ਨੇ ਗੱਲ ਕਹੀ ਉਹ ਉਹਨਾਂ ਦੇ ਆਪਣੇ ਸਵਾਲ ਨੂੰ ਤੇ ਕੱਲ ਵਾਲੇ ਬਿਆਨ ਨੂੰ ਆਪ ਹੀ ਕੰਟਰਾਡਿਕਟ ਕਰਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਡਾਨੀ ਤੇ ਅੰਬਾਨੀ ਦਾ ਬਹੁਤਾ ਬਿਜ਼ਨਸ ਨਹੀਂ ਹੈਗਾ। ਉਹਨਾਂ ਨੇ ਪਰਸੈਂਟੇਜ ਦੱਸੀ ਆ ਕਿ 0.08% ਅੰਬਾਨੀਜ਼ ਦਾ ਹੈ ਤੇ 0.01% ਅਡਾਨੀ ਦਾ ਹੈ। ਇਦਾਂ ਦੇ ਕੁਝ ਉਹਨਾਂ ਨੇ ਟੈਕਸ ਦੱਸੇ ਨੇ, ਫੈਕਟ ਦੱਸੇ ਨੇ। ਤੇ ਜੇਕਰ ਹੈ ਹੀ ਇੰਨਾ, ਤੇ ਫਿਰ ਉਹਨਾਂ ਧਰਨਿਆਂ ਨਾਲ ਪੰਜਾਬ ਦੀ ਆਰਥਿਕਤਾ ਦਾ ਕੀ ਨੁਕਸਾਨ ਹੋ ਜੂ? ਬਿਲਕੁਲ, ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਅੰਦੋਲਨ ਦਾ ਜਿਹੜਾ ਪ੍ਰੈਸ਼ਰ ਆ ਉਹ ਬੀਜੇਪੀ ਦੇ ਉੱਤੇ ਜਾਂ ਸੈਂਟਰ ਦੀ ਸਰਕਾਰ ਦੇ ਉੱਤੇ ਹੋਣਾ ਚਾਹੀਦਾ। ਪਰ ਤੁਸੀਂ ਪਿਛਲੇ 4 ਸਾਲਾਂ ਦੇ ਵਿੱਚ ਕਿੰਨੀ ਕੁ ਪੰਜਾਬ ਦੀ ਆਰਥਿਕਤਾ ਸਵਾਰੀ ਆ? ਜੀ ਬਿਲਕੁਲ। ਜਿਹੜੀ ਤੁਸੀਂ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਅੱਜ ਹੁਣ ਤੁਸੀਂ ਫਿਰ ਜੌਬ ਫੇਅਰਸ ਲਾਏ ਨੇ, ਤੇ ਉੱਥੇ ਕੀ ਕਿੰਨੀਆਂ ਕੁ ਤੁਸੀਂ ਨੌਕਰੀਆਂ ਵੰਡੀਆਂ? ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਪਿਛਲੇ 4.5 ਸਾਲਾਂ ਦੇ ਵਿੱਚ ਕੋਈ ਇੱਕ ਚੰਗਾ ਕੰਮ ਜਿਹੜਾ ਕੀਤਾ ਉਹ ਗਿਣਾ ਦਿਓ। ਮੈਂ ਰੋਕਣਾ ਚਾਹੂੰਗੀ ਤੁਹਾਨੂੰ ਇੱਥੇ, ਨੌਕਰੀਆਂ ਭਾਵੇਂ ਇਹਨਾਂ ਨਹੀਂ ਵੱਡੀਆਂ, ਪਰ ਇਹਨਾਂ ਨੌਜਵਾਨਾਂ ਨੂੰ ਆਰੇ ਜ਼ਰੂਰ ਲਾਤਾ। ਕੋਈ ਨਸ਼ਾ ਵੇਚਣ ਦਾ ਆਰ ਕਰ ਰਿਹਾ ਤੇ ਕੋਈ ਖਾਣ ਦਾ। ਇਹਨਾਂ ਤੋਂ ਪਿਛਲੀਆਂ ਸਰਕਾਰਾਂ ਵੀ ਇਹੀ ਕੁਝ ਕਰਦੀਆਂ ਸੀ, ਪਰ ਹੁਣ ਕਿਉਂਕਿ ਇਲੈਕਸ਼ਨ ਨੇੜੇ ਆ ਗਏ, ਜੀ 4 ਮਹੀਨੇ ਰਹਿ ਗਏ, 5 ਮਹੀਨੇ ਰਹਿ ਗਏ, ਸਤੰਬਰ ਆਲਮੋਸਟ ਹਾਫ ਗੋਨ, ਤੇ ਫਿਰ ਤੁਹਾਨੂੰ ਲੱਗਦਾ ਕਿ ਇਹ ਅੰਦੋਲਨ ਜਿਹੜਾ ਆ ਇਹ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਰਿਹਾ, ਤੁਹਾਡੀ ਰਾਜਨੀਤਿਕ ਪੇੜ ਵੱਢਣ ਲਈ। ਤੁਸੀਂ ਰੈਲੀਆਂ ਕਰਨੀਆਂ ਤੇ ਤੁਹਾਨੂੰ ਉਹਨਾਂ ਨੇ ਸੱਦ ਕੇ ਆਪਣੇ ਕੋਲ ਬਿਠਾ ਕੇ ਕਹਿ ਦਿੱਤਾ ਕਿ ਅੰਦੋਲਨ ਨੂੰ ਤੁਸੀਂ ਕਮਜ਼ੋਰ ਨਾ ਕਰੋ। ਜਿਹੜੀ ਤੁਸੀਂ ਰਾਜਨੀਤਿਕ ਪੇੜ ਦੀ ਸ਼ੁਰੂਆਤ ਕਰਨੀ ਆ, ਇਲੈਕਸ਼ਨ 22 ਦੀ ਸ਼ੁਰੂਆਤ ਕਰਨੀ ਆ, ਉਹ ਉਦੋਂ ਕਰਿਓ ਜਦੋਂ ਚੋਣ ਕਮਿਸ਼ਨ ਕਹਿ ਦੇਗਾ। ਤੇ ਹੁਣ ਪਰੇਸ਼ਾਨੀ ਅਸਲ ਦੇ ਵਿੱਚ ਇਸ ਗੱਲ ਦੀ ਹੈ ਕਿਉਂਕਿ ਉਹ 18 ਨੁਕਤੇ ਜਿਹੜੇ ਹਾਈ ਕਮਾਂਡ ਤੋਂ ਲੈ ਕੇ ਆਏ ਸੀ ਉਹਨਾਂ ਦਾ ਕੁਝ ਬਣਿਆ ਨਹੀਂ। ਪਿਛਲੇ 4-5 ਮਹੀਨੇ ਸਿੱਧੂ ਨਾਲ ਲੜਾਈ 'ਚ ਨਿਕਲ ਗਏ। ਬਿਲਕੁਲ। ਤੇ ਅਕਾਲੀਆਂ ਨੇ 64 ਸੀਟਾਂ ਵੀ ਐਲਾਨ ਦਿੱਤੀਆਂ ਤੇ ਉਹਨਾਂ ਨੇ ਲਗਭਗ ਅੱਧਾ ਪੰਜਾਬ ਵੀ ਘੁੰਮ ਲਿਆ ਸੁਖਬੀਰ ਸਿੰਘ ਬਾਦਲ ਨੇ ਤੇ ਉਹਨਾਂ ਦੀ ਪਾਰਟੀ ਨੇ। ਹੁਣ ਇਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਸਤੰਬਰ ਅਕਤੂਬਰ ਦੇ ਵਿੱਚ ਹੁਣ ਥੋੜਾ ਨੇੜੇ ਆ ਗਿਆ ਤੇ ਮੈਂ ਸਾਰਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਕੁਝ ਉਦਘਾਟਨ ਕਰ ਲਈਏ, ਕੋਈ ਨੀਂਹ ਪੱਥਰ ਰੱਖ ਦਈਏ, ਕੋਈ ਯੂਨੀਵਰਸਿਟੀ ਦਾ ਉਦਘਾਟਨ ਕਰ ਦਈਏ, ਕਿਸੇ ਕਾਲਜ ਦਾ ਕਰ ਦਈਏ, ਜਾਂ ਕੁਝ ਹੋਰ ਜਿਹੜੇ ਕੋਈ ਫੋਨ ਵੰਡ ਦਈਏ, ਜਾਂ ਕੋਈ ਹੋਰ ਨਵੀਆਂ ਸਕੀਮਾਂ ਜਿਹੜੀਆਂ ਲੋਕਾਂ ਨੂੰ ਘੜ ਕੇ ਦੇ ਦਈਏ। ਪਰ ਉਹ ਹੁਣ ਉਹਦੇ ਤੇ ਇੱਕ ਰੋਕ ਲਾ ਦਿੱਤੀ ਇੱਕ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੇ ਆਗੂਆਂ ਨੇ ਜਦੋਂ ਇਹਨਾਂ ਨਾਲ ਮੀਟਿੰਗ ਕੀਤੀ। ਹੁਣ ਉਹਦੇ ਤੇ ਇਹ ਥੋੜਾ ਜਿਹਾ ਆਪਣਾ ਜਿਹੜਾ ਨਜ਼ਲਾ ਨੇ ਉਹ ਸਿੱਟ ਰਹੇ ਨੇ। ਆਰਥਿਕਤਾ ਦੀ ਕੋਈ ਗੱਲ ਨਹੀਂ ਹੈਗੀ, ਇਹ ਸਿਰਫ ਰੌਲਾ ਆ। ਪਰ ਇਹ ਕਿਸਾਨ ਆਗੂਆਂ ਤੇ ਠੀਕਰਾ ਭੰਨ ਰਹੇ ਨੇ ਕਿ ਮੇਰੇ ਜਿਹੜੇ ਬਿਆਨ ਨੂੰ ਜਾਣਬੁੱਝ ਕੇ ਗਲਤ ਤਰੀਕੇ ਦੇ ਨਾਲ ਲੈ ਰਹੇ ਨੇ ਕਿਸਾਨ ਆਗੂ। ਦੇਖੋ, ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਇੱਕ ਬਣੀ ਬਣਾਈ ਗੱਲ ਆ ਜਿਹੜੀ ਹਰ ਵਾਰ ਕਹਿ ਦਿੱਤੀ ਜਾਂਦੀ ਆ ਕਿ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ। ਇੱਕ ਚੈਨਲ ਕੋਈ ਦੱਸਦਾ ਹੋਵੇ ਤਾਂ ਮੰਨ ਲਈਏ 20 ਕੈਮਰੇ ਨੇ, 20 ਮਾਈਕ ਨੇ, ਸਾਰਿਆਂ ਦੀ ਉਹੀ ਗੱਲ ਆ ਤੇ ਤਰੋੜ ਮਰੋੜ ਕਿਵੇਂ ਦਿੱਤਾ ਗਿਆ? ਤੁਸੀਂ ਸਾਫ਼-ਸਾਫ਼ ਤਾਂ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਤੁਸੀਂ ਕਿਸਾਨ ਅੰਦੋਲਨ ਦੇ ਨਾਲ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋ ਰਿਹਾ। ਤੁਸੀਂ ਉਹਨੂੰ ਜਸਟੀਫਾਈ ਕਰ ਨਹੀਂ ਸਕਦੇ ਕਿ ਪੰਜਾਬ ਦੀ ਆਰਥਿਕਤਾ ਦਾ ਕਿੱਦਾਂ ਨੁਕਸਾਨ ਹੋ ਰਿਹਾ। ਫਿਰ ਤੁਸੀਂ ਕਹਿੰਦੇ ਆ ਕਿ ਮੇਰੇ ਬਿਆਨ ਨੂੰ ਤਰੋੜਿਆ ਮਰੋੜਿਆ ਗਿਆ, ਤੇ ਫਿਰ ਤਰੋੜਿਆ ਮਰੋੜਿਆ ਕੁਝ ਨਹੀਂ ਗਿਆ। ਇਹ ਗੱਲ ਫਿਰ ਲੋਕਾਂ ਨੇ ਉੱਥੇ ਲੈ ਕੇ ਆਉਣੀ ਆ ਕਿ ਜਿਵੇਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਅਕਾਲੀ ਦਲ ਤੇ ਕਾਂਗਰਸ ਦੋਨਾਂ ਪਾਰਟੀਆਂ ਨੇ ਸਾਡੀ ਗੱਲ ਦੇ ਉੱਤੇ ਬਹੁਤੀ ਸੁਹਿਰਦਤਾ ਨਹੀਂ ਦਿਖਾਈ। ਪਹਿਲਾਂ 4 ਦਿਨ ਅਕਾਲੀ ਦਲ ਨੇ ਕਹਿ ਦਿੱਤਾ ਕਿ ਕਿਸਾਨ ਆਗੂ ਸਾਡੇ ਖਿਲਾਫ ਬੋਲਦੇ ਨੇ, ਹੁਣ ਇਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਸਾਡਾ ਨੁਕਸਾਨ ਕਰ ਰਿਹਾ। ਸੋ ਇਹ ਜਿਹੜੀਆਂ ਸਥਾਪਿਤ ਪੋਲੀਟੀਕਲ ਧਿਰਾਂ ਆ, ਇਹਨਾਂ ਸਾਰਿਆਂ ਨੂੰ ਕਿਸਾਨ ਅੰਦੋਲਨ ਹੁਣ ਪਰੇਸ਼ਾਨ ਕਰਦਾ ਆ, ਚੁੱਭਦਾ ਆ। ਉਹ ਜਿਹੜੀਆਂ ਨਸੀਹਤਾਂ ਇਹਨਾਂ ਨੂੰ ਦਿੰਦੇ ਨੇ ਉਹ ਇਹਨਾਂ ਨੂੰ ਵੱਖੀ 'ਚ ਲੱਗਦੀਆਂ ਤੇ ਉਹ ਇਹਨਾਂ ਨੂੰ ਦਰਦ ਦੇ ਰਹੀਆਂ, ਤਕਲੀਫ ਦੇ ਰਹੀਆਂ, ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੀਆਂ ਆਪਣੀਆਂ ਵੋਟਾਂ ਆ ਉਹ ਵੀ ਖੁੱਸਦੀਆਂ ਨਜ਼ਰ ਆ ਰਹੀਆਂ। ਸ਼ਰਮਾ ਜੀ, ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਆ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀ ਕਿਹਾ ਕਿਸਾਨ ਅੰਦੋਲਨ ਬਾਰੇ? ਸੁਣਿਆ ਵੀ ਸਟੇਟਸ ਨੂੰ ਉਹਨਾਂ ਨੇ ਨੋਟਿਸ ਭੇਜਿਆ ਕੋਈ? ਜੀ ਸਵਲੀਨ ਜੀ, ਬਿਲਕੁਲ ਤੁਹਾਡਾ ਜਿਹੜਾ ਸਵਾਲ ਆ ਉਹ ਬਿਲਕੁਲ ਇੱਕ ਨਵੇਂ ਪੱਖ ਤੋਂ ਇਸ ਅੰਦੋਲਨ ਦੇ ਬਾਰੇ 'ਚ ਗੱਲਬਾਤ ਜਿਹੜੀ ਸ਼ੁਰੂ ਹੋਈ ਆ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ NHRC ਵੀ ਇਹਨੂੰ ਲਿਖਦੇ ਆ। ਅਰੁਣ ਕੇ ਮਿਸ਼ਰਾ ਇਹਦੇ ਚੇਅਰਮੈਨ ਨੇ। ਤੇ ਜੇ ਅਸੀਂ ਇਸ ਕਮਿਸ਼ਨ ਦੀ ਗੱਲ ਕਰੀਏ ਤੇ ਅਕਤੂਬਰ 93 ਦੇ ਵਿੱਚ ਇਹ ਹੋਂਦ 'ਚ ਆਇਆ ਸੀ। ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਨ ਲਈ ਸੰਵਿਧਾਨ ਵੱਲੋਂ ਜਿਹੜੇ ਭਾਰਤ ਦੇ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਗਏ ਨੇ ਉਹਦੀ ਜਿਹੜੀ ਆ ਤਰਜਮਾਨੀ ਕਰਨ ਦੀ, ਉਹਨਾਂ ਦੀ ਰੱਖਿਆ ਕਰਨ ਦੀ, ਤੇ ਜੇ ਕਿਤੇ ਮਨੁੱਖਾਂ ਦੇ ਅਧਿਕਾਰਾਂ ਦੀ ਜਿਹੜੀ ਆ
ਉਹ ਹਾਨੀ ਹੁੰਦੀ ਹੋਵੇ, ਉਹਨਾਂ ਦੇ ਕਿਤੇ ਖੋਹ ਹੁੰਦੇ ਹੋਣ ਅਧਿਕਾਰ, ਤੇ ਇਹ ਕਮਿਸ਼ਨ ਜਿਹੜਾ ਆ ਉਹਦੇ ਤੇ ਕੰਮ ਕਰਦਾ। ਜੀ ਜਿੱਦਾਂ ਵਿਮਨ ਕਮਿਸ਼ਨ ਆ, ਮਾਈਨੋਰਿਟੀ ਕਮਿਸ਼ਨ ਆ, SC ST ਕਮਿਸ਼ਨ ਆ, ਇਦਾਂ ਹੀ NHRC ਵੀ ਇੱਕ ਹਿੰਦੁਸਤਾਨ ਦੀ ਵੱਡੀ ਸੰਸਥਾ ਆ। ਜੀ ਪਰ ਮਜ਼ੇ ਦੀ ਗੱਲ, ਹੈਰਾਨੀ ਦੀ ਗੱਲ ਇਹ ਆ ਕਿ ਇਹਨਾਂ ਨੂੰ ਵੀ ਯਾਦ ਜਿਹੜੀ ਆ ਉਹ ਉਦੋਂ ਹੀ ਆਈ ਜਦੋਂ ਇਸ ਅੰਦੋਲਨ ਦਾ ਅਸਰ ਪੂਰੇ ਮੁਲਕ ਦੇ ਵਿੱਚ, ਖਾਸ ਤੌਰ ਤੇ ਆਉਣ ਵਾਲੇ ਸਮੇਂ ਦੀਆਂ ਚੋਣਾਂ ਕਰਕੇ ਯੂਪੀ, ਪੰਜਾਬ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਜੀ ਤੇ ਨਾਲ ਦੀ ਨਾਲ ਸਾਰੇ ਦੁਨੀਆ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਇਹਦਾ ਅਸਰ ਫੈਲ ਗਿਆ। ਫਿਰ ਇਹਨਾਂ ਨੂੰ ਯਾਦ ਆਈ। ਪਰ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹ ਵੱਖਰੇ ਤਰੀਕੇ ਦੀ ਆ। NHRC ਨੇ ਕਿਹਾ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਕਿਹਾ ਕਿ ਇਸ ਅੰਦੋਲਨ ਲਈ ਉਹਨਾਂ ਨੇ ਪਹਿਲਾਂ 4 ਸਟੇਟਾਂ ਨੂੰ ਵੀ ਨੋਟਿਸ ਜਾਰੀ ਕੀਤਾ, ਜੀ ਦਿੱਲੀ, ਯੂਪੀ, ਹਰਿਆਣਾ ਤੇ ਰਾਜਸਥਾਨ, ਕਿਉਂਕਿ ਇੱਥੇ ਇਸ ਅੰਦੋਲਨ ਦਾ ਅਸਰ ਆ, ਜਿਹੜੇ ਉੱਥੇ ਲੋਕ ਬੈਠੇ ਹੋਏ ਨੇ ਉਹਨਾਂ ਦਾ। ਇਹਨਾਂ 4 ਸਟੇਟਾਂ ਨੂੰ ਨੋਟਿਸ ਜਾਰੀ ਕੀਤਾ। ਨਾਲ ਦੀ ਨਾਲ ਉਹਨਾਂ ਨੇ ਹੈਲਥ ਮਿਨਿਸਟਰੀ ਨੂੰ ਵੀ ਨੋਟਿਸ ਜਾਰੀ ਕੀਤਾ ਕਿ ਇਸ ਅੰਦੋਲਨ ਦੇ ਨਾਲ ਕੋਵਿਡ ਦੇ ਉੱਤੇ ਕੀ ਪ੍ਰਭਾਵ ਪਿਆ। ਫਿਰ ਉਹਨਾਂ ਨੇ ਹੋਮ ਮਿਨਿਸਟਰੀ ਨੂੰ, ਗ੍ਰਹਿ ਮੰਤਰਾਲਿਆਂ ਨੂੰ ਵੀ ਜਿਹੜਾ ਆ ਇਹ ਨੋਟਿਸ ਜਾਰੀ ਕੀਤਾ। ਸੋ ਇਹ ਉਹਨਾਂ ਦਾ ਇੰਨੀ ਦੇਰ ਬਾਅਦ ਜਾਗਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਜੀ ਇਸ ਕਮਿਸ਼ਨ ਨੇ ਕਰੋਨਾ ਦੇ ਦੌਰਾਨ ਤੇ ਕਿਸੇ ਸਰਕਾਰ ਨੂੰ ਕੋਈ ਨੋਟਿਸ ਨਹੀਂ ਜਾਰੀ ਕੀਤਾ ਵੀ ਇੰਨੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ। ਮਹਾਮਾਰੀ ਦੇ ਦੌਰਾਨ ਕਿੰਨੇ ਲੋਕਾਂ ਨੂੰ ਦਵਾਈ ਨਹੀਂ ਮਿਲੀ, ਕਿੰਨੇ ਲੋਕਾਂ ਨੂੰ ਭੋਜਨ ਨਹੀਂ ਮਿਲਿਆ, ਕਿੰਨੇ ਲੋਕਾਂ ਨੂੰ ਸਾਹ ਲੈਣ ਲਈ ਹਸਪਤਾਲਾਂ ਦੇ ਵਿੱਚ ਆਕਸੀਜਨ ਵੀ ਨਹੀਂ ਮਿਲੀ। ਪਰ ਕਿਸਾਨ ਅੰਦੋਲਨ ਦੇ ਕਰਕੇ ਇਸ ਸੰਸਥਾ ਨੇ ਜਿਹੜੀ ਆਵਾਜ਼ ਉਠਾਈ ਆ ਉਹ ਫਿਰ ਦੁਬਾਰਾ ਸ਼ੱਕ ਦੇ ਘੇਰੇ 'ਚ ਆ ਕਿ ਕੀ ਇਹ ਕਮਿਸ਼ਨ ਵੀ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਜਾਂ ਸਰਕਾਰ ਦੇ ਕਹੇ ਦੇ ਉੱਤੇ ਕੰਮ ਕਰ ਰਿਹਾ। ਜੀ ਹਾਲਾਂਕਿ ਇੱਕ ਚੰਗੀ ਪਹਿਲ ਆ, ਪਰ ਫਿਰ ਇੱਕ ਸਵਾਲ ਇੱਥੋਂ ਫਿਰ ਉੱਠਦਾ ਆ ਕਿ ਕੀ ਉਹ ਕਿਸਾਨ ਜਿਹੜੇ ਨੇ ਉਹ ਮਨੁੱਖ ਨਹੀਂ ਹੈਗੇ, ਜਾਂ ਕੀ ਉਹਨਾਂ ਦੇ ਮਨੁੱਖੀ ਅਧਿਕਾਰ ਨਹੀਂ ਹੈਗੇ। ਜੀ ਜਦੋਂ ਇੱਕ ਕਿਸਾਨ ਆਪਣੀ ਫਸਲ ਬੀਜਦਾ ਆ, ਉਗਾਉਂਦਾ ਆ, ਉਹਦੇ ਲਈ ਮਿਹਨਤ ਕਰਦਾ ਆ, ਉਹ ਵੱਢਦਾ ਆ, ਉਹ ਉਸ ਫਸਲ ਨੂੰ ਲੈ ਕੇ ਮੰਡੀ 'ਚ ਆਉਂਦਾ ਆ, ਤੇ ਉਹਦੇ ਮਨੁੱਖੀ ਅਧਿਕਾਰਾਂ ਬਾਰੇ ਇਹਨਾਂ ਜਥੇਬੰਦੀਆਂ ਨੂੰ, ਇਹਨਾਂ ਆਰਗੇਨਾਈਜੇਸ਼ਨਸ ਨੂੰ ਉਦੋਂ ਨਹੀਂ ਪਤਾ ਲੱਗਦਾ। 70, 75, 72 ਜਿੰਨੇ ਵੀ ਤੁਸੀਂ ਸਾਲ ਆਜ਼ਾਦੀ ਤੋਂ ਗਿਣ ਲਓ, ਪਹਿਲੇ ਸੰਵਿਧਾਨ ਤੋਂ ਗਿਣ ਲਓ, ਜਾਂ 93 ਤੋਂ ਹੀ ਗਿਣ ਲਓ, ਜਦੋਂ ਤੋਂ ਇਹ ਅਧਿਕਾਰ ਕਮਿਸ਼ਨ ਜਿਹੜਾ ਸਾਹਮਣੇ ਆਇਆ, ਜੀ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਦੋਂ ਸਰਕਾਰ ਦੀ ਦਿੱਤੀ ਹੋਈ ਮਿੱਥੀ ਹੋਈ ਕੀਮਤ ਨਹੀਂ ਮਿਲਦੀ ਤੇ ਉਦੋਂ ਇਹਨਾਂ ਨੇ ਕਿਉਂ ਨਹੀਂ ਕਦੀ, ਸਰਕਾਰ ਨੂੰ ਕਿਉਂ ਨਹੀਂ ਕਦੀ ਪੁੱਛਿਆ ਵੀ ਤੁਸੀਂ ਇਹ ਜਿਹੜੀ ਕੀਮਤ ਆ ਉਹ ਕਿਉਂ ਨਹੀਂ ਦੇ ਰਹੇ। ਜੀ ਸੋ ਇਹ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਿਹੜਾ ਮਾਮਲਾ ਉਠਾਇਆ ਆ ਉਹ ਬਿਲਕੁਲ ਠੀਕ ਆ, ਉਠਾਉਣਾ ਚਾਹੀਦਾ। ਪਰ ਅਕਸਰ ਦੇਖਿਆ ਜਾਂਦਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਆ ਉਹ ਇੱਕ ਪਾਸੇ ਵਾਲੇ ਪਾਸੇ ਹੀ ਕਾਰਵਾਈ ਕਰ ਰਿਹਾ, ਉਹਦਾ ਦੂਜਾ ਪਾਸਾ ਜਿਹੜਾ ਆ ਉਹ ਕਿਉਂ ਨਹੀਂ ਦੇਖਿਆ ਜਾ ਰਿਹਾ। ਜੀ ਸਵਲੀਨ ਜੀ, ਇਹਦੇ ਹੋਰ ਇਸ ਅੰਦੋਲਨ ਦੇ ਬਹੁਤ ਸਾਰੇ ਪਹਿਲੂਆਂ ਤੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਮਾ ਜੀ, ਪਹਿਲੂ ਅਸੀਂ ਆ ਕੇ ਵਿਚਾਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਮਨੁੱਖੀ ਅਧਿਕਾਰ ਕਮਿਸ਼ਨ ਦੀ, ਤੇ ਤੁਸੀਂ ਕੁਝ ਪਹਿਲੂ ਦੱਸਣ ਵਾਲੇ ਸੀ ਸਾਨੂੰ। ਬਿਲਕੁਲ ਜੀ, ਉਹਨਾਂ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੂੰ ਵੀ ਉਹਦੇ 'ਚ ਰੱਖਿਆ। ਇਕਨੋਮਿਕਲੀ ਜਿਹੜੀ AIG ਹੈਗੀ ਆ, IEG ਹੈ, ਇੱਕ ਇਕਨੋਮਿਕ ਦੀ ਜਿਹੜੀ ਇਕਨੋਮੀ ਦੀ ਗਰੋਥ ਆ ਉਹਨੂੰ ਮੋਨੀਟਰ ਕਰਨ ਵਾਲੀ ਏਜੰਸੀ ਆ, ਉਹਨੂੰ ਵੀ ਉਹਨਾਂ ਨੇ ਨੋਟਿਸ ਦਿੱਤਾ। ਜੀ ਕਰੋਨਾ ਦੀ ਰਿਪੋਰਟ ਦੀ ਵੀ ਮੰਗ ਕੀਤੀ ਆ। ਨਾਲ ਦੀ ਨਾਲ ਇਹ ਵੀ ਪੁੱਛਿਆ ਕਿ ਆਲੇ ਦੁਆਲੇ ਦੇ ਵਿੱਚ ਜਿਹੜੇ 9000 ਦੇ ਨੇੜੇ ਤੇੜੇ ਇੰਡਸਟਰੀਅਲ ਯੂਨਿਟ ਨੇ, ਛੋਟੇ ਵੱਡੇ ਜਾਂ ਲਘੂ ਉਦਯੋਗ ਜਿਹੜੇ ਮਿਡਲ ਕਲਾਸ ਦੇ ਆ, ਉਹਨਾਂ ਦੇ ਉੱਤੇ ਕਿੰਨਾ ਪ੍ਰਭਾਵ ਪਿਆ। ਇਹ ਸਾਰੀਆਂ ਵਿਸਤ੍ਰਿਤ ਰਿਪੋਰਟਾਂ ਜਿਹੜੀਆਂ ਮੰਗੀਆਂ ਨੇ। ਨਾਲ ਦੀ ਨਾਲ ਉਹਨਾਂ ਨੇ ਝੱਜਰ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਉੱਥੇ ਜਿਹੜਾ ਇੱਕ ਰੇਪ ਕਾਂਡ ਹੋਇਆ ਸੀ ਉਹਦੀ ਰਿਪੋਰਟ ਵੀ 10 ਅਕਤੂਬਰ ਤੱਕ ਜਿਹੜੀ ਆ ਉਹਦੇ ਤੋਂ ਮੰਗੀ ਆ। ਤੇ ਹੋਰ ਉੱਥੇ ਅਪਾਹਜ ਲੋਕਾਂ ਨੂੰ, ਛੋਟੇ ਆਮ ਲੋਕਾਂ ਨੂੰ, ਮਹਿਲਾਵਾਂ ਨੂੰ, ਮਰੀਜ਼ਾਂ ਨੂੰ ਉੱਥੋਂ ਲੰਘਣ ਦੇ ਵਿੱਚ ਜਾਂ ਉੱਥੇ ਰਹਿਣ ਦੇ ਵਿੱਚ ਕੋਵਿਡ ਉਹਦੇ ਅੰਦੋਲਨ ਦੇ ਸਮੇਂ ਦੇ ਦੌਰਾਨ ਜਿੰਨਾ ਨੁਕਸਾਨ ਹੋਇਆ, ਜੋ ਉਹਦਾ ਹੋਇਆ, ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਉਹ ਵੀ ਮੰਗੀਆਂ। ਜੀ ਸੋ ਇੱਦਾਂ ਲੱਗਦਾ ਕਿ ਜਿੱਦਾਂ ਇਹਨਾਂ ਨੇ ਕੋਈ ਉਹਦੇ ਤੇ ਇੱਕ ਕਿਤਾਬ ਲਿਖਣ ਦਾ ਕੋਈ ਤਰੀਕਾ ਬਣਾਇਆ, ਜਾਂ ਫਿਰ ਕੋਈ ਰਿਸਰਚ ਪੇਪਰ ਉਹਨਾਂ ਨੇ ਛਾਪਣਾ ਹੈ, ਜਾਂ ਫਿਰ ਕੋਈ ਵੱਡੀ ਜਿਹੜੀ ਉਹਦੇ ਤੇ ਪੂਰੀ ਸਰਵੇ ਕਰਨਾ ਆ ਕਿ ਇਸ ਅੰਦੋਲਨ ਦੇ ਕੀ ਐਡਵਰਸ ਪ੍ਰਭਾਵ ਪਏ ਨੇ ਉਸ ਖਾਸ ਤੌਰ ਤੇ ਜਗ੍ਹਾ ਦੇ ਉੱਤੇ। ਕਿਤੇ ਇਦਾਂ ਨਾ ਬਣਾਉਣ ਵੀ ਬਾਅਦ ਵਿੱਚ ਕਿ ਇਸ ਅੰਦੋਲਨ ਵਾਲੇ ਜਿਹੜੇ ਲੋਕ ਨੇ ਉਹ ਸੜਕ ਇੰਨੀ ਜਗ੍ਹਾ ਤੱਕ ਉਹਨਾਂ ਨੇ ਆਕੂਪਾਈਡ ਕਰਕੇ ਰੱਖੀ ਤੇ ਉਹਦਾ ਟੈਕਸ ਜਿਹੜਾ ਕਿੰਨਾ ਬਣਦਾ ਉਹ ਵੀ ਇਹਨਾਂ ਤੋਂ ਬਾਅਦ ਵਿੱਚ ਲਿਆ ਜਾਵੇ। ਪਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਜਿੰਨੀਆਂ ਵੀ ਉਹ ਗੱਲਾਂ ਕੀਤੀਆਂ ਉਹ ਸਾਰੀਆਂ ਜਿਹੜਾ ਸਰਕਾਰੀ ਪੱਖ ਨੂੰ ਦਿਖਾਉਂਦੀਆਂ ਨੇ।
ਚੰਗਾ ਹੁੰਦਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਉੱਥੇ ਮਰਨ ਵਾਲੇ ਕਿਸਾਨਾਂ ਦੀ ਰਿਪੋਰਟ ਵੀ ਮੰਗਦਾ ਜੀ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੂੰ ਇਹ ਵੀ ਕਹਿੰਦਾ ਕਿ ਤੁਹਾਡੇ ਹੁੰਦਿਆਂ ਇੱਥੇ ਇੰਨੀ ਦੇਰ ਤੋਂ ਜਿਹੜੇ ਹਜ਼ਾਰਾਂ ਲੋਕ ਬੈਠੇ ਨੇ, ਇਹਨਾਂ ਦੀ ਵਜ੍ਹਾ ਨਾਲ ਹਜ਼ਾਰਾਂ ਹੋਰ ਪਰੇਸ਼ਾਨ ਹੋ ਰਹੇ ਨੇ, ਇਹ ਗੱਲ ਵਾਜਬ ਆ ਜੀ। ਪਰ ਫਿਰ ਵੀ ਉਹ ਸਾਰੀਆਂ ਧਿਰਾਂ ਦਾ ਜਿਹੜਾ ਮਸਲਾ ਆ ਉਹ ਕੁੱਲ ਮਿਲਾ ਕੇ ਕੇਂਦਰ ਸਰਕਾਰ ਨੇ ਹੱਲ ਕਰਨਾ, ਨਾ ਕਿ ਉਹ ਕਿਸਾਨਾਂ ਨੇ ਹੱਲ ਕਰਨਾ। ਕਿਸਾਨ ਤੇ ਆਪ ਆਪਣੀ ਇੱਕ ਵੱਡੀ ਸਮੱਸਿਆ ਲੈ ਕੇ ਉੱਥੇ ਗਏ ਹੋਏ ਨੇ। ਜੀ ਤੋ ਕਰੋਨਾ ਦੀ ਜਿਹੜੀ ਰਿਪੋਰਟ ਮੰਗੀ ਆ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਕਰੋਨਾ ਦੀ ਰਿਪੋਰਟ ਇਹਨਾਂ ਤੋਂ ਮੰਗ ਲਈ ਚੰਗੀ ਗੱਲ ਆ, ਪਰ ਨਾਲ ਦੀ ਨਾਲ ਸਾਰੇ ਦੇਸ਼ ਵਿੱਚ ਜਿੱਥੇ ਅੰਦੋਲਨਕਾਰੀ ਨਹੀਂ ਬੈਠੇ ਹੋਏ ਉੱਥੇ ਕਰੋਨਾ ਦਾ ਕੀ ਹਾਲ ਰਿਹਾ ਉਹ ਯੂਪੀ ਸਰਕਾਰ ਤੋਂ ਵੀ ਰਿਪੋਰਟ ਮੰਗ ਲੈਂਦੇ ਜੀ। ਤੇ ਬੰਗਾਲ ਦੇ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਉਹਨਾਂ ਦੀ ਰਿਪੋਰਟ ਵੀ ਮੰਗ ਲੈਂਦੇ ਹਿਊਮਨ ਰਾਈਟ ਕਮਿਸ਼ਨ ਤੇ ਲੋਕ, ਤੇ ਚੰਗਾ ਸੀ। ਜੀ ਲਾਈਫ ਦੀ, ਇਕੁਐਲਿਟੀ ਦੀ, ਫਰੀडम ਦੀ ਇਹ ਰਾਖੀ ਜਿਹੜਾ ਕਰਨਾ ਆ ਇਸ ਮਨੁੱਖੀ ਅਧਿਕਾਰ ਕਮਿਸ਼ਨ ਦਾ ਲੋੜ ਹੈ, ਜਿਹੜਾ ਇਹਨਾਂ ਦਾ ਕੰਮ ਆ ਇਕੁਐਲਿਟੀ ਦੀ ਵੀ। ਤੇ ਦੂਸਰੀ ਗੱਲ ਇਹ ਵੀ ਦੇਖਣੀ ਬਣਦੀ ਆ ਕਿ ਇਹ ਜਿਹੜੇ ਅਧਿਕਾਰ ਨੇ, ਚਾਹੇ ਜ਼ਿੰਦਗੀ ਦਾ ਆ, ਚਾਹੇ ਆਜ਼ਾਦੀ ਦਾ ਆ, ਚਾਹੇ ਉਹ ਇਕੁਐਲਿਟੀ ਦਾ, ਬਰਾਬਰਤਾ ਦਾ ਆ, ਉਹ ਕੱਲਿਆਂ ਉਹਨਾਂ ਲੋਕਾਂ ਦਾ ਨਹੀਂ ਹੈਗਾ ਜਿਹੜੇ ਇਸ ਅੰਦੋਲਨ ਤੋਂ ਪ੍ਰਭਾਵਿਤ ਹੋਏ। ਜੀ ਜਿਹੜੇ ਇਹ ਅੰਦੋਲਨ ਕਰ ਰਹੇ ਨੇ ਉਹਨਾਂ ਦੇ ਅਧਿਕਾਰ ਪਹਿਲਾਂ ਤੋਂ ਖੋਏ ਜਾ ਰਹੇ ਨੇ, ਇਸੇ ਕਰਕੇ ਤਾਂ ਉਹ ਅੰਦੋਲਨ 'ਚ ਬੈਠੇ ਨੇ। ਗੱਲ ਕਿਸਾਨ ਅੰਦੋਲਨ ਦੀ, ਕਿਸਾਨ ਮੋਰਚੇ ਤੋਂ ਬਾਅਦ ਪੰਜਾਬ ਦੇ ਵਿੱਚ ਉਸ ਲੱਗੇ ਹੋਏ ਉਸ ਧਰਨੇ ਦੀ ਕਰਦੇ ਆ ਜਿਹੜੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਨੇ ਲਾਇਆ ਹੋਇਆ ਹੈ। ਕਾਫੀ ਦਿਨਾਂ ਤੋਂ ਹੜਤਾਲ ਕੀਤੀ ਹੋਈ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਨੇ। ਗੱਲ ਕਿਸੇ ਤਣ ਪੱਤਣ ਲੱਗੀ ਉਹਨਾਂ ਦੀ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਆ? ਦੇਖੋ ਸੁਵਲੀਨ ਜੀ, ਇਹ ਇੱਕ ਹਾਲਾਤ ਬਣ ਗਏ ਇਹੋ ਜਿਹੇ, ਇੱਕ ਪਿਰਤ ਪੈ ਗਈ ਕਿ ਜਦੋਂ ਸਰਕਾਰ ਆਖਰੀ ਸਾਲ 'ਚ ਹੁੰਦੀ ਆ ਉਦੋਂ ਸਾਰੀਆਂ ਹੀ ਜਿਹੜੀਆਂ ਧਿਰਾਂ ਨੇ ਉਹ ਸਰਕਾਰ ਦੇ ਮਗਰ ਪੈ ਜਾਂਦੀਆਂ ਨੇ, ਅੰਦੋਲਨ ਕਰਦੀਆਂ ਨੇ, ਧਰਨੇ ਲਾਉਂਦੀਆਂ ਨੇ, ਵਿਰੋਧ ਪ੍ਰਦਰਸ਼ਨ ਕਰਦੀਆਂ ਨੇ, ਹੜਤਾਲਾਂ ਕਰਦੀਆਂ ਨੇ, ਚਾਹੇ ਉਹ ਅਧਿਆਪਕ ਹੋਣ, ਚਾਹੇ ਉਹ ਅਧਿਆਪਕ ਹੋਣ। ਬਿਲਕੁਲ ਐਗਜ਼ੈਕਟਲੀ ਇਹੀ ਹਾਲ ਹੋ ਗਿਆ ਪਿਆ। ਹਾਲਾਂਕਿ ਇਸ ਮੁਹਾਵਰੇ ਦੇ ਅਰਥ ਕੁਝ ਹੋਰ ਤਰੀਕੇ ਦੇ ਨੇ, ਪਰ ਇੱਥੇ ਗੱਲ ਤੁਹਾਡੀ ਜਿਹੜੀ ਆ 100% ਸਹੀ ਹੈ। ਅਧਿਆਪਕ ਧਰਨੇ ਤੇ ਬੈਠੇ ਨੇ ਕਿ ਸਾਨੂੰ ਪੱਕੇ ਕਰਕੇ ਜਾਓ ਜਾਂ ਸਾਡੀਆਂ ਤਨਖਾਹਾਂ ਵਧਾ ਕੇ ਜਾਓ। ਬੈਂਕ ਮੁਲਾਜ਼ਮ ਪਿਛਲੇ ਦਿਨੀ ਪਰੇਸ਼ਾਨ ਸੀ। ਪਟਵਾਰੀਆਂ ਦਾ ਧਰਨਾ ਜਿਹੜਾ ਹੁਣੀ ਖਤਮ ਹੋਇਆ ਜੀ, ਕੱਲ ਮੇਰਾ ਖਿਆਲ ਬੀਤੇ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਕੰਮਕਾਰ ਜਿਹੜੇ ਨੇ ਦੁਬਾਰਾ ਜੁਆਇਨ ਕੀਤੇ ਨੇ। ਮਾਲ ਮਹਿਕਮੇ ਦੇ ਜਿਹੜੇ ਲੋਕ ਸੀ। ਹੁਣ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਰੋਡਵੇਜ਼ ਦੇ ਮੁਲਾਜ਼ਮ ਸੀ, ਉਹ ਨਾ ਕੱਚੇ ਤੌਰ ਤੇ ਜਿਹੜੇ ਬੈਠੇ ਸੀ, ਪਨਬਸ ਦੇ ਸੀ ਜਾਂ ਕੁਝ ਹੋਰ ਯੂਨੀਅਨਸ ਦੇ ਸੀ ਜੀ, ਉਹਨਾਂ ਦਾ ਧਰਨਾ ਕੱਲ ਅਖੀਰ ਖਤਮ ਹੋ ਗਿਆ। ਉਹਨਾਂ ਦੀਆਂ ਤਨਖਾਹਾਂ ਵਿੱਚ 30% ਇਜ਼ਾਫਾ ਕਰਨ ਦੀ ਗੱਲ ਸਰਕਾਰ ਨੇ ਮੰਨ ਲਈ ਆ। ਤਾਂ ਪੱਕੇ ਕਰਨ ਦੀ ਵੀ ਤੇ ਗੱਲ ਕਰਦੇ ਸੀ, ਪੱਕੇ ਕਰਨ ਦੀ ਗੱਲ ਲਈ, ਨਵੀਆਂ ਭਰਤੀਆਂ ਕਰਨ ਦੀ ਗੱਲ ਲਈ, ਤੇ ਰੋਡਵੇਜ਼ ਦੀ ਫਲੀਟ ਦੇ ਵਿੱਚ 10,000 ਤੋਂ ਵੱਧ ਬੱਸਾਂ ਐਡ ਕਰਨ ਦੀ ਜਿਹੜੀ ਗੱਲ ਆ ਉਹਦੇ ਲਈ 1 ਹਫ਼ਤੇ ਦਾ ਸਮਾਂ ਮੰਗਿਆ ਜੀ। ਤੇ ਇਹ ਯੂਨੀਅਨਸ ਵੀ ਜਾਣਦੀਆਂ ਨੇ ਕਿ ਇਹ ਹਫ਼ਤੇ ਦਾ ਜਿਹੜਾ ਸਮਾਂ ਮੰਗਿਆ ਆ ਉਹਦੇ ਨਾਲ 1 ਹਫ਼ਤੇ 'ਚ 10,000 ਬੱਸ ਤੇ ਨਹੀਂ ਹੋਣੀ ਜੀ, ਤੇ ਨਾ ਹੀ ਇਹਨਾਂ ਨੇ ਕੋਈ ਆਰਡਰ ਜਾਰੀ ਕਰਕੇ ਉਹਨਾਂ ਨੂੰ ਪੱਕੇ ਕਰ ਦੇਣਾ। ਪਰ ਇਹ ਹੈਗਾ ਵੀ ਵਾਅਦਾ ਕਰ ਲੈਣਗੇ ਜਾਂ ਯੂਨੀਅਨਸ ਦੇ ਲੋਕਾਂ ਨੂੰ ਮਨਾ ਲੈਣਗੇ ਕਿ ਇਸ ਵਾਰ ਵੋਟਾਂ ਪਾ ਕੇ ਸਰਕਾਰ ਬਣਾ ਦਿਓ, ਅਗਲੀ ਵਾਰ ਤੁਹਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਮੰਨ ਲਾਂਗੇ ਜੀ। ਹਾਲ ਦੀ ਘੜੀ ਜੋ ਉਹਨਾਂ ਨੂੰ ਮਿਲਿਆ ਉਹ ਇਹੀ ਆ ਕਿ 30% ਜਿਹੜੀ ਉਹਨਾਂ ਦੀ ਤਨਖਾਹ ਆ ਉਹ ਜ਼ਰੂਰ ਵੱਧ ਜਾਏਗੀ ਜੀ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਗੱਲ ਇਕੱਲੀ ਇਸ ਸਰਕਾਰ ਦੀ ਨਹੀਂ, ਇਸ ਤੋਂ ਪਿਛਲੀ ਸਰਕਾਰ ਦੀ ਜਾਂ ਉਸ ਤੋਂ ਪਿਛਲੀਆਂ ਸਰਕਾਰਾਂ ਦੀ। ਸਾਡਾ ਇੱਕ ਸਮਾਂ ਸੀਗਾ ਜਦੋਂ ਪੰਜਾਬ ਦੇ ਵਿੱਚ ਹਰ ਵੱਡੇ ਰੂਟ ਦੇ ਉੱਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੀ ਚੱਲਦੀਆਂ ਸੀ ਜੀ। ਤੇ ਇੱਕ ਹੋਰ 10 15 20 ਸਾਲ ਪਹਿਲਾਂ ਦੀ ਗੱਲ ਆ ਕਿ ਜਿਹੜੇ ਸਰਕਾਰੀ ਹਸਪਤਾਲ ਆ ਉਹ ਚੰਗੇ ਹਾਲ 'ਚ ਹੁੰਦੇ ਸੀ। ਹਾਲਾਂਕਿ ਡਾਕਟਰ ਬਾਅਦ ਵਿੱਚ ਪ੍ਰਾਈਵੇਟ ਪ੍ਰੈਕਟਿਸ ਜ਼ਰੂਰ ਕਰਦੇ ਸੀ ਆਪਣੇ ਟਾਈਮ ਤੋਂ ਬਾਅਦ, ਪਰ ਫਿਰ ਵੀ ਉਹ ਸਮੇਂ-ਸਮੇਂ ਤੇ ਹਸਪਤਾਲਾਂ 'ਚ ਮਿਲਦੇ ਸੀ ਜੀ। ਤੇ ਪੜ੍ਹਨ ਲਈ ਜੇ ਤੁਸੀਂ 30 ਸਾਲ ਪਿੱਛੇ ਜਾਂ 25 ਸਾਲ ਪਿੱਛੇ ਚਲੇ ਜਾਓ ਤਾਂ ਸਰਕਾਰੀ ਸਕੂਲਾਂ ਦੀ ਜਿਹੜੀ ਦਸ਼ਾ ਤੇ ਦਿਸ਼ਾ ਆ ਉਹ ਬਹੁਤ ਚੰਗੀ ਸੀ। ਅੱਜ ਵੀ ਜਦੋਂ ਕੋਈ ਸਰਕਾਰੀ ਨੌਕਰੀਆਂ ਦੀ ਭਰਤੀ ਹੁੰਦੀ ਹੈ ਤੇ ਜਿਹੜੇ ਚੰਗੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਸਰਕਾਰੀ 'ਚ ਚਲੇ ਜਾਂਦੇ ਨੇ, ਜਿਹੜੇ ਉੱਥੋਂ ਰਹਿੰਦੇ ਨੇ ਉਹੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਜਾਂਦੇ ਨੇ ਜੀ। ਪਰ ਸਿਰਫ ਔਰ ਸਿਰਫ ਇੱਕ ਚੰਗਾ ਇਨਫਰਾਸਟ੍ਰਕਚਰ ਜਾਂ ਚੰਗੀ ਜਿਹੜੀ ਟਰਾਂਸਪੋਰਟ ਉਹਨਾਂ ਦੀ ਪ੍ਰਾਈਵੇਟ ਸਕੂਲਾਂ ਦੀ ਆ, ਜਾਂ ਉਹਨਾਂ ਨੇ ਕੁਝ ਬੈਠਣ ਉੱਠਣ ਦੇ ਪ੍ਰਬੰਧ ਚੰਗੇ ਬਣਾਏ ਹੋਏ ਨੇ, ਤੇ ਸਰਕਾਰੀ ਦੇ ਵਿੱਚ ਉਹ ਜਿਹੜੀ ਟੀਚਰਾਂ ਦੀ ਗਿਣਤੀ ਆ ਉਹੀ ਉਨੀ ਕੁ ਰਹਿ ਗਈ ਕਿ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਉਹ ਉਨੇ ਪੂਰੇ ਮਿਲਦੇ ਨਹੀਂ ਜੀ। ਬੀਤੇ ਦੇ ਵਿੱਚ ਅਸੀਂ ਕਈ ਵਾਰ ਜ਼ਿਕਰ ਕੀਤਾ ਕਿ RTI ਇਨਫੋਰਮੇਸ਼ਨ ਦੱਸਦੀ ਆ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੂਰੇ ਅਧਿਆਪਕ ਨਹੀਂ ਜੀ। ਕਿਸੇ ਵੀ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੇ ਅਧਿਆਪਕਾਂ ਦੀ ਗਿਣਤੀ ਆ ਵਿਸ਼ੇ ਅਨੁਸਾਰ ਦੇਖ ਲਓ ਉਹ ਪੂਰੀ ਨਹੀਂ ਜੀ। ਤੇ ਕਾਲਜਾਂ ਦੀ ਜਿਹੜੇ ਹਾਲਾਤ ਨੇ ਉਹ ਉਸ ਤੋਂ ਵੀ ਬਦਤਰ ਨੇ। ਗਿਣਤੀ ਦੇ ਸਰਕਾਰੀ ਕਾਲਜ ਬਚੇ ਨੇ ਤੇ ਉੱਥੇ ਵੀ ਗਿਣਤੀ ਦੇ ਹੀ ਜਿਹੜੇ ਸਰਕਾਰੀ ਅਧਿਆਪਕ ਬਚੇ ਨੇ, ਵਿਸ਼ਾ ਮਾਹਰ ਹੋਣ, ਚਾਹੇ ਉਹ ਭਾਸ਼ਾ ਮਾਹਰ ਹੋਣ, ਚਾਹੇ ਉਹ ਕਿਸੇ ਹੋਰ ਪ੍ਰੈਕਟੀਕਲ ਸਬਜੈਕਟ ਨੂੰ ਪੜ੍ਹਾਉਣ ਵਾਲੇ ਲੋਕਾਂ ਦੀ ਅਸੀਂ ਗੱਲ ਕਰੀਏ। ਸੋ ਇਹ ਜਿਹੜਾ ਧਰਨਾ ਆ ਹਾਲ ਦੀ ਘੜੀ 30% ਨਾਲ ਖਤਮ ਜ਼ਰੂਰ ਹੋ ਗਿਆ, 30% ਵਾਧੇ ਨਾਲ। ਪਰ ਬਿਜਲੀ ਬੋਰਡ ਨੂੰ ਤੁਸੀਂ ਦੇਖ ਲਓ, ਕਿਤੇ ਮੁਲਾਜ਼ਮ ਪੂਰੇ ਨਹੀਂ। ਜੇ ਮੁਲਾਜ਼ਮ ਪੂਰੇ ਹੁੰਦੇ ਨੇ
ਤੇ ਉਹਨਾਂ ਕੋਲ ਸਾਧਨ ਪੂਰੇ ਨਹੀਂ। ਅੱਜ ਹਨੇਰੀ ਆ ਜਾਏ, ਕੁਝ ਕਿਸੇ ਪਿੰਡ ਦੀ ਲਾਈਨ ਬੰਦ ਹੋ ਜਾਏ ਤੇ 2 ਬੰਦੇ ਜਾਂ 3 ਬੰਦੇ ਆ ਜਾਂਦੇ ਨੇ, ਉਹਨਾਂ ਕੋਲ ਨਾ ਤੇ ਕੋਈ ਪੌੜੀ ਹੁੰਦੀ ਆ, ਨਾ ਉਹਨਾਂ ਕੋਲ ਸਾਧਨ ਹੁੰਦੇ ਨੇ, ਨਾ ਉਹਨਾਂ ਕੋਲ ਕੋਈ ਗੱਡੀ ਹੁੰਦੀ ਆ। ਉਹ ਆ ਕੇ ਪਹਿਲਾਂ ਕਿਸੇ ਦਾ ਪਿੰਡ ਦੇ ਵਿੱਚ ਕਿਸੇ ਮੋਤਬਰ ਨੂੰ ਕਹਿੰਦੇ ਨੇ ਯਾਰ ਸਾਨੂੰ 2 ਡਾਟ ਜਾਂ ਦਿਓ ਜਿੱਤੋਂ ਅਸੀਂ ਟਾਹਣੀਆਂ ਲਾ ਕੇ ਤੇ ਇਸ ਤਾਰ ਨੂੰ ਚਾਲੂ ਕਰੀਏ। ਸੋ ਸਰਕਾਰਾਂ ਦੀ ਜਿਹੜੀ ਨੀਤੀ ਆ ਉਹ ਸਿਰਫ ਔਰ ਸਿਰਫ ਵਕਤ ਟਪਾਈ ਵਾਲੀ ਆ। ਇਸ ਧਰਨੇ ਤੋਂ ਪਿੱਛਾ ਛੁਡਾ ਲਿਆ ਤੇ ਅਗਲੀ ਵਾਰ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਕਿ 29 ਤੋਂ ਬਾਅਦ ਜੇਕਰ ਸਾਡੀਆਂ ਜਿਹੜੀਆਂ ਪੂਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਅਸੀਂ ਫਿਰ ਧਰਨੇ ਤੇ ਆਵਾਂਗੇ। ਕੋਈ ਠੋਸ ਜਿਹੜੀ ਨੀਤੀ ਆ ਉਹ ਸਾਹਮਣੇ ਨਹੀਂ ਆਉਂਦੀ। ਇਹ ਉਹ ਨੀਤੀਆਂ ਨੇ ਜਿਨ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਨੇ ਜਾਂ ਜਿਨ੍ਹਾਂ ਦੀ ਗੱਲ ਕਿਸਾਨ ਆਗੂ ਦੱਸਦੇ ਨੇ ਕਿ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ, ਇਦਾਂ ਨਹੀਂ ਇਦਾਂ ਹੋਣਾ ਚਾਹੀਦਾ। ਕੁਝ ਸਟੇਟਾਂ ਨੇ ਕੁਝ ਚੰਗੇ ਕੰਮ ਕੀਤੇ ਨੇ, ਕਰਕੇ ਦਿਖਾਏ ਵੀ ਨੇ, ਪਰ ਇਹ ਸਰਕਾਰਾਂ ਜਿਹੜੀਆਂ ਆ ਉਹ ਸਿਰਫ ਗੁਜ਼ਾਰੇ ਵਾਲੀ ਨੀਤੀ ਨਾਲ ਜਾਂ ਜੁਗਾੜ ਵਾਲੀ ਨੀਤੀ ਨਾਲ ਜਾਂ ਡੰਗ ਟਪਾਊ ਨੀਤੀ ਤੇ ਕੰਮ ਕਰਦੀਆਂ ਨੇ। ਇਹ ਧਰਨਾ ਜ਼ਰੂਰ ਮੁੱਕ ਗਿਆ ਪਰ ਜਿਹੜੇ ਮੁੱਦੇ ਨੇ ਉਹ ਖਤਮ ਨਹੀਂ ਹੋ ਰਹੇ। ਜੀ, ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸਤਦਾਨਾਂ ਨੇ ਤੇ ਕਮਰ ਕੱਸੇ ਕੀਤੇ ਨੇ, ਚੋਣ ਕਮਿਸ਼ਨ ਨੇ ਵੀ ਤਿਆਰੀਆਂ ਕੱਸ ਲੀਆਂ ਨੇ। ਕੀ ਬਿਊਰਾ ਪੇਸ਼ ਕੀਤਾ ਚੋਣ ਕਮਿਸ਼ਨ ਨੇ? ਜੀ ਸਵਲੀਨ ਜੀ, ਜਿੱਦਾਂ ਸਰਕਾਰਾਂ ਇਹਨਾਂ ਮੁੱਦਿਆਂ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਨੇ, ਉਹਦੀ ਸਿਰਫ ਔਰ ਸਿਰਫ ਇਹੀ ਵਜ੍ਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਜਿਹੜੀਆਂ ਚੋਣਾਂ ਉਹ ਲਾਗੇ ਆ ਰਹੀਆਂ, ਦਿਨ ਬੀਤਦੇ ਜਾ ਰਹੇ ਨੇ ਤੇ ਇਸੇ ਤਰੀਕੇ ਨਾਲ ਇਹਨਾਂ ਚੋਣਾਂ ਨੂੰ ਨੇਪਰੇ ਚਾੜਨ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਚੋਣ ਕਮਿਸ਼ਨ ਕੋਲ ਹੁੰਦੀ ਆ। ਤੇ ਬੀਤੇ ਦਿਨੀ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਨੇ ਐਸ ਰਾਜੂ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ 'ਚ ਤੇ ਉਹਨਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਜਿਹੜਾ ਆ ਉਹ ਇਹਨਾਂ ਚੋਣਾਂ ਨੂੰ ਸਮੇਂ ਸਿਰ ਕਰਾਉਣ ਲਈ ਤਿਆਰ ਆ। ਉਹਨਾਂ ਨੇ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਕੁਝ ਬੂਥਾਂ ਦੀ ਗਿਣਤੀ ਜਿਹੜੀ ਉਹ ਵਧਾਈ ਗਈ ਆ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 24,000 ਤੋਂ ਵਧੇਰੇ ਬੂਥ ਜਿਹੜੇ ਲੱਗਣਗੇ। ਅਸੀਂ ਜਾਣਦੇ ਹਾਂ ਕਿ 12,000 ਦੇ ਕਰੀਬ ਪਿੰਡ ਆ ਤੇ ਸ਼ਹਿਰੀ ਹਲਕੇ ਵੀ ਨੇ, ਤਾਂ ਇਸ ਅੰਦਾਜ਼ੇ ਦੇ ਨਾਲ ਜਿਹੜੇ ਆ ਬੂਥਾਂ ਦੀ ਗਿਣਤੀ ਵੀ ਵਧਾਈ ਗਈ ਆ। ਜਿੱਦਾਂ ਜਿੱਦਾਂ ਵੋਟਾਂ ਦੀ ਗਿਣਤੀ ਵੱਧਦੀ ਆ ਤੇ ਕਰੋਨਾ ਦੇ ਮੱਦੇਨਜ਼ਰ ਕੁਝ ਹੋਰ ਵੀ ਬੂਥ ਜਿਹੜੇ ਨੇ ਉਹ ਸੰਘਣੇ ਕੀਤੇ ਗਏ ਨੇ ਤਾਂ ਜੋ ਇੱਕ ਬੂਥ ਦੇ ਉੱਤੇ ਕੁਝ ਘੱਟ ਗਿਣਤੀ 'ਚ ਲੋਕ ਆਉਣ। ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਕੁਝ ਵੀਪੈਟ ਮਸ਼ੀਨਾਂ ਤੇ EVM ਜਿਹੜੀਆਂ ਨੇ ਉਹ ਮੱਧ ਪ੍ਰਦੇਸ਼ ਤੋਂ ਮੰਗਾਈਆਂ, ਕਿਉਂਕਿ ਉੱਥੇ ਚੋਣਾਂ ਹੋਈਆਂ ਸੀ। ਸਰਕਾਰੀ ਤੌਰ ਤੇ ਇਹਨਾਂ ਦੇ ਕੋਲ ਜਿੱਥੇ ਵੀ ਨੈਸ਼ਨਲ ਸਟਾਕ ਪਿਆ ਰਹਿੰਦਾ, ਉੱਥੋਂ ਜਦੋਂ ਵੀ ਚੋਣਾਂ ਆਉਂਦੀਆਂ ਉਦੋਂ ਮੰਗਾ ਲੈਂਦੇ ਨੇ। ਖਰਚੇ ਦੀ ਜਿਹੜੀ ਰਾਸ਼ੀ ਆ ਉਹਦੇ ਬਾਰੇ ਵੀ ਜ਼ਿਕਰ ਕੀਤਾ ਕਿ 30,80,000 ਜਿਹੜਾ ਆ ਇੱਕ ਚੋਣ ਲੜਨ ਵਾਲਾ ਜਿਹੜਾ ਉਮੀਦਵਾਰ ਹੋਵੇਗਾ, ਵੱਖੋ ਵੱਖਰੀਆਂ ਪਾਰਟੀਆਂ ਦੇ ਹੋਣਗੇ, ਉਹ ਇੰਨਾ ਖਰਚਾ ਚੋਣਾਂ ਦੇ ਵਿੱਚ ਕਰ ਸਕਣਗੇ। ਇੱਕ ਸਮਾਂ ਸੀ ਜਦੋਂ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਚੋਣ ਕਮਿਸ਼ਨ ਕੀ ਹੁੰਦਾ ਤੇ ਕੌਣ ਹੁੰਦਾ, ਪਰ TN ਸੈਸ਼ਨ ਇੱਕ ਵਾਰ ਚੋਣ ਕਮਿਸ਼ਨਰ ਬਣੇ ਤੇ ਉਹਨਾਂ ਨੇ ਇਹਦੇ ਵਿੱਚ ਵੱਡੇ ਸੁਧਾਰ ਲਿਆਂਦੇ ਤੇ ਚੋਣ ਕਮਿਸ਼ਨ ਨੂੰ ਇੱਕ ਆਜ਼ਾਦਾਨਾ ਬਾਡੀ ਦੇ ਤੌਰ ਤੇ ਰੂਪਮਾਨ ਕੀਤਾ, ਲੋਕਾਂ ਸਾਹਮਣੇ ਰੱਖਿਆ ਕਿ ਆਹ ਹੁੰਦਾ ਚੋਣ ਕਮਿਸ਼ਨ ਤੇ ਇਹ ਉਹ ਕੰਮ ਕਰਵਾਉਂਦੇ ਨੇ। ਉਸ ਤੋਂ ਬਾਅਦ ਫਿਰ ਲੋਕਾਂ ਦਾ ਧਿਆਨ ਜਿਹੜਾ ਆ ਚੋਣ ਕਮਿਸ਼ਨ ਦੇ ਬਾਰੇ 'ਚ ਰਹਿਣ ਲੱਗਾ, ਨਹੀਂ ਤੇ ਇੰਨੀ ਜਿਹੜੀ ਅਵੇਅਰਨੈਸ ਆ ਉਹਦੇ ਬਾਰੇ ਨਹੀਂ ਹੁੰਦੀ ਸੀ। ਤੇ ਅਸੀਂ ਗੱਲ ਕੀਤੀ ਸੀਗੀ ਕਿ ਇੰਦਰਾ ਗਾਂਧੀ ਦੇ ਉੱਤੇ ਇੱਕ ਕੇਸ ਚੱਲਿਆ ਸੀ ਤੇ ਉਹਦੀ ਜਿਹੜੀ ਚੋਣ ਆ ਉਹ ਅਯੋਗ ਕਰ ਦਿੱਤੀ ਗਈ ਸੀ, ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਇਹ ਸੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਹੁੰਦੇ ਇੱਕ ਆਪਣੇ ਦਫ਼ਤਰ ਤੋਂ ਇੱਕ ਬੰਦੇ ਦੀ ਡਿਊਟੀ ਲਾਤੀ ਸੀ ਚੋਣਾਂ ਦੇ ਵਿੱਚ, ਤੇ ਇੱਕ ਉਹਨਾਂ ਦਾ ਜਿਹੜਾ ਮੰਚ ਆ, ਇੱਕ ਉਹਨਾਂ ਦੀ ਸਟੇਜ ਜਿਹੜੀ ਆ ਉਹ ਸਰਕਾਰ ਜਿੱਥੋਂ ਦੀ UP ਦੀ ਸਰਕਾਰ ਸੀ ਉਹਨਾਂ ਨੇ ਆਪਣੇ ਖਰਚੇ ਨਾਲ ਬਣਾਈ ਸੀ। ਤੇ ਹੁਣ ਇਹ ਜਿਹੜਾ 30 ਲੱਖ ਜਾਂ 31 ਲੱਖ ਦਾ ਖਰਚਾ ਆ, ਅਸੀਂ ਸਾਰੇ ਲੋਕ ਜਾਣਦੇ ਆ ਕਿ ਇੰਨੇ ਦੇ ਵਿੱਚ ਤਾਂ ਹੁਣ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨਹੀਂ ਲੜਦੇ ਜਿਹੜੇ ਉਮੀਦਵਾਰ ਨੇ। ਮੇਅਰ ਦੀਆਂ ਚੋਣਾਂ ਜਿਹੜੀਆਂ ਤੁਹਾਡੀਆਂ ਹੁੰਦੀਆਂ ਸ਼ਹਿਰਾਂ ਦੇ ਵਿੱਚ, ਨਗਰ ਨਿਗਮ ਦੀਆਂ, ਉਹਦੇ ਉੱਤੇ ਵੀ ਖਰਚਾ ਜਿਹੜਾ ਵਾਰਡ ਦੇ ਵਿੱਚ ਵੱਧ ਹੁੰਦਾ, ਪਰ ਫਿਰ ਵੀ ਚੋਣ ਕਮਿਸ਼ਨ ਆਪਣੇ ਤੌਰ ਤੇ ਬਹੁਤ ਕੋਸ਼ਿਸ਼ ਕਰਦਾ ਆ ਕਿ ਇੱਕ ਸਿਸਟਮ 'ਚ ਰਹਿ ਕੇ ਚੋਣਾਂ ਕਰਾਈਆਂ ਜਾਣ। ਵੱਡਾ ਅਮਲਾ ਉਹਨਾਂ ਨੂੰ ਦਰਿਆਫਤ ਕਰਨਾ ਪੈਂਦਾ ਵੱਖਰੇ ਵੱਖਰੇ ਡਿਪਾਰਟਮੈਂਟਸ ਤੋਂ। ਤੇ ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਆ ਉਹ ਮੈਨੂੰ ਬਹੁਤੀ ਠੀਕ ਨਹੀਂ ਜਾਪੀ। ਉਹਨਾਂ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਉੱਤੇ ਕਰੋਨਾ ਤੇ ਕਿਸਾਨ ਅੰਦੋਲਨ ਦਾ ਪ੍ਰਭਾਵ ਨਹੀਂ ਪਵੇਗਾ। ਹਾਲਾਂਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਸਾਨੂੰ ਪ੍ਰਬੰਧ ਕਰਨ ਲਈ ਨਾ ਤੇ ਕੋਵਿਡ ਇਹਦੇ 'ਚ ਕੋਈ ਨੁਕਸਾਨ ਕਰੇਗਾ ਤੇ ਨਾ ਹੀ ਕਿਸਾਨ ਅੰਦੋਲਨ, ਮਤਲਬ ਮਿੱਥੇ ਸਮੇਂ ਤੇ ਅਸੀਂ ਚੋਣਾਂ ਜਿਹੜੀਆਂ ਆ ਉਹ ਨੇਪਰੇ ਚਾੜ ਲਵਾਂਗੇ ਜਾਂ ਇਹ ਸਾਰਾ ਜਿਹੜਾ ਕੰਮ ਕਰ ਰਿਹਾ ਉਹ ਕਰਵਾ ਲਵਾਂਗੇ। ਤੇ ਇਹਦੇ 'ਚ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਦਾ ਪੂਰਾ ਸਮਰਥਨ ਕਰਦੀਆਂ ਨੇ, ਪੂਰਾ ਸਹਿਯੋਗ ਦਿੰਦੀਆਂ ਨੇ ਚੋਣਾਂ ਕਰਾਉਣ ਦੇ ਵਿੱਚ, ਕਿਉਂਕਿ ਉਹਨਾਂ ਲਈ ਇਹ ਬਹੁਤ ਜ਼ਰੂਰੀ ਇੱਕ ਕੰਮ ਹੁੰਦਾ ਆ। ਹਾਲਾਂਕਿ ਲੋਕਤੰਤਰ ਦੇ ਵਿੱਚ ਚੋਣਾਂ ਕਰਵਾਉਣਾ ਤੇ ਨਵੀਂ ਸਰਕਾਰ ਦਾ ਗਠਨ ਹੋਣਾ ਵਾਕਿਆ ਹੀ ਇੱਕ ਅਹਿਮ ਕੰਮ ਆ, ਪਰ ਇਹਦੇ ਵਿੱਚ ਜਿਹੜਾ ਚੋਣ ਸੁਧਾਰਾਂ ਦੀ ਗੁੰਜਾਇਸ਼ ਆ ਉਹਦੇ ਉੱਤੇ ਚੋਣ ਕਮਿਸ਼ਨ ਆਪ ਕੁਝ ਨਹੀਂ ਕਰ ਸਕਦਾ, ਕਿਉਂਕਿ ਉਹਦੇ 'ਚ ਤਾਂ ਬਹੁਤਾ ਕੁਝ ਤੇ ਲੋਕਤੰਤਰ ਦੇ ਵਿੱਚ ਫਿਰ ਲੋਕ ਸਭਾ ਜਾਂ ਰਾਜ ਸਭਾ 'ਚੋਂ ਹੀ ਹੋ ਕੇ ਆਉਣਾ ਆ। ਇਹ ਜਿਹੜੀਆਂ ਖਰਚੇ ਦੀਆਂ ਨੀਤੀਆਂ ਆ ਉਹਨਾਂ ਦੇ ਇੱਕ ਐਫੀਡੇਵਿਟਸ ਨੇ। ਗੱਲ ਚੱਲਦੀ ਸੀ ਬੰਗਾਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਇੱਕ ਜਿਹੜੀ ਬਾਈ ਇਲੈਕਸ਼ਨ ਹੋਣੀ ਆ, ਕਿਉਂਕਿ ਮਮਤਾ ਬੈਨਰਜੀ ਨੇ ਆਪਣੀ ਚੋਣ ਲੜਨੀ ਆ ਭਵਾਨੀਪੁਰ ਤੋਂ, ਤੇ ਉਹਨਾਂ ਨੇ ਇੱਕ ਐਫੀਡੇਵਿਟ ਦਿੱਤਾ ਤੇ ਅੱਜ ਇੱਕ ਖਬਰ ਚੱਲਦੀ ਸੀ ਕਿ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਕੇਸ ਚੱਲਦੇ ਆ ਉਹਨਾਂ ਦਾ ਜ਼ਿਕਰ ਨਹੀਂ ਉਹਦੇ 'ਚ ਕੀਤਾ। ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਜਿੱਦਾਂ
ADR ਕਰਕੇ ਕੁਝ ਸੰਸਥਾਵਾਂ ਨੇ ਜਿਹੜੀਆਂ ਚੋਣ ਸੁਧਾਰ ਦੀ ਗੱਲ ਕਰਦੀਆਂ ਨੇ, ਉਹ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ, ਪਰ ਹਾਲੀ ਅੱਗੇ ਨਾਲੋਂ ਅਵੇਅਰਨੈਸ ਜ਼ਰੂਰ ਵਧੀਆ, ਪਰ ਹਾਲੇ ਉੱਥੇ ਤੱਕ ਅਸੀਂ ਪਹੁੰਚੇ ਨਹੀਂ ਜਿੱਦਾਂ ਕਿਸਾਨ ਆਗੂਆਂ ਨੇ ਸਲਾਹਾਂ ਦਿੱਤੀਆਂ ਸਰਕਾਰ ਨੂੰ ਜੀ ਕਿ ਜਿਹੜੀਆਂ ਚੋਣਾਂ ਦਾ ਪ੍ਰਚਾਰ ਆ ਉਹ ਕਦੋਂ ਸ਼ੁਰੂ ਹੋਣਾ ਚਾਹੀਦਾ, ਕਦੋਂ ਨਹੀਂ ਸ਼ੁਰੂ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਧਿਆਨ ਮੰਗਦੀਆਂ, ਪਰ ਚੋਣ ਕਮਿਸ਼ਨ ਆਪਣੇ ਆਪ ਦੇ ਵਿੱਚ ਇਹਨਾਂ ਚੋਣਾਂ ਨੂੰ ਕਰਾਉਣ ਲਈ ਤਿਆਰ ਹੈ। ਜੀ, ਕੁਝ ਮੁੱਦੇ ਅਸੀਂ ਵਿਚਾਰ ਲਏ ਨੇ ਤੇ ਕੁਝ ਅਜੇ ਬਾਕੀ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਵਿਚਾਰ ਚਰਚਾ ਦੇ ਅਖੀਰਲੇ ਹਿੱਸੇ ਵਿੱਚ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਪੰਜਾਬ ਦੇ ਵਿੱਚ ਚੋਣਾਂ ਦੀ ਜੀ, ਤੇ ਮੋਦੀ ਸਾਹਿਬ ਵੀ ਉੱਤਰ ਪ੍ਰਦੇਸ਼ ਜਾ ਕੇ ਆਏ ਨੇ, ਚੋਣਾਂ ਦਾ ਬਿਗਲ ਵਜਾ ਕੇ ਆਏ ਨੇ, ਖੇਤੀ ਕਾਨੂੰਨਾਂ ਦੇ ਸੋਲੇ ਗਾ ਕੇ ਆਏ ਨੇ, ਜਾਂ ਗੱਲ ਕੋਈ ਹੋ ਰਿਹਾ? ਬਿਲਕੁਲ ਜੀ, ਅਸਲ ਦੇ ਵਿੱਚ ਜਿਹੜੀ ਇਹ ਵਾਲੀ ਰੈਲੀ ਹੋਈ ਆ, ਇਹਨੂੰ ਇਸੇ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਮੋਦੀ ਸਾਹਿਬ ਨੇ ਯੂਪੀ ਚੋਣਾਂ ਦਾ ਜਿਹੜਾ ਆਗਾਜ਼ ਆ ਉਹ ਕਰ ਦਿੱਤਾ। ਜੀ, ਕਾਫੀ ਦਿਨਾਂ ਬਾਅਦ ਯੂਪੀ ਗਏ। ਇਸ ਤੋਂ ਪਹਿਲਾਂ ਮੇਰਾ ਖਿਆਲ ਰਾਮ ਮੰਦਿਰ ਦੇ ਉਦਘਾਟਨ ਲਈ ਗਏ ਸੀ ਜਦੋਂ ਉਹਦਾ ਨੀਂਹ ਪੱਥਰ ਰੱਖਿਆ ਸੀ, ਤੇ ਹੁਣ ਜਦੋਂ ਯੂਪੀ ਪਹੁੰਚੇ, ਅਲੀਗੜ੍ਹ ਜਿਹੜਾ ਕਿ ਜਾਟਲੈਂਡ ਦੇ ਵਿੱਚ ਹੀ ਆਉਂਦਾ, ਵੈਸਟਰਨ ਯੂਪੀ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਦਾ ਇਲਾਕਾ, ਜਿੱਥੇ ਜਾਟ ਜਿਹੜੇ ਨੇ ਬਹੁਤ ਗਿਣਤੀ 'ਚ ਨੇ ਤੇ ਜਿੱਥੇ ਇਸ ਅੰਦੋਲਨ ਦਾ ਅਸਰ, ਕਿਸਾਨ ਅੰਦੋਲਨ ਦਾ, ਸਭ ਤੋਂ ਵੱਧ ਦਿਸ ਰਿਹਾ। ਪੰਜਾਬ 'ਚ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਧਰ ਅਲੀਗੜ੍ਹ ਦੇ ਵਿੱਚ ਮੋਦੀ ਸਾਹਿਬ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉੱਥੇ ਉਹਨਾਂ ਨੇ ਕੁਝ ਯੂਨੀਵਰਸਿਟੀਜ਼ ਦਾ ਉਦਘਾਟਨ ਕੀਤਾ। ਜੀ, ਇੱਕ ਯੂਨੀਵਰਸਿਟੀ ਬਣਾਈ ਉਹਨਾਂ ਨੇ, ਡਿਫੈਂਸ ਕੋਰੀਡੋਰ ਦੀ ਗੱਲ ਕੀਤੀ ਨਾਲ ਦੀ ਨਾਲ। ਉਸ ਯੂਨੀਵਰਸਿਟੀ ਦਾ ਨਾਮ ਵੀ ਮਹਾਰਾਜਾ ਮਹਿੰਦਰ ਪ੍ਰਤਾਪ, ਜਿਹੜੇ ਕਿ ਜਾਟ ਲੀਡਰ ਹੋਏ ਆ ਪਹਿਲਾਂ ਦੇ, ਬਹੁਤ ਪੁਰਾਣੇ ਇੱਕ ਜਾਟ ਰਾਜਾ ਸੀ ਜੀ, ਉਹਨਾਂ ਦੇ ਨਾਮ ਤੇ ਰੱਖਿਆ। ਇਹਨੂੰ ਸਾਰੇ ਨੂੰ ਉਸ ਗਣਿਤ ਦੇ ਵਿੱਚ ਹੀ ਸਮਝਿਆ ਜਾ ਰਿਹਾ ਕਿ ਜਿਹੜੀਆਂ OBC ਵੋਟਰ ਦੀ ਗੱਲ ਇਹ ਕਰਦੇ ਆਏ ਆ, ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵੋਟਾਂ ਮਿਲੀਆਂ। ਜੀ, ਜੇ ਅਸੀਂ 12 ਦੀ ਗੱਲ ਕਰੀਏ ਤੇ ਉਦੋਂ ਇਹਨਾਂ ਨੂੰ 39% ਵੋਟਾਂ ਮਿਲੀਆਂ ਸੀ ਉਸ ਕੈਟਾਗਰੀ ਦੀਆਂ ਤੇ ਇਸ ਹਲਕੇ 'ਚੋਂ। ਤੇ ਜਦੋਂ 17 ਦੀ ਗੱਲ ਕਰਦੇ ਆ, ਜਦੋਂ ਇਹਨਾਂ ਨੂੰ ਉੱਥੋਂ 100 ਪਲੱਸ 112 ਦੇ ਕਰੀਬ ਸੀਟਾਂ ਆ, ਉਦੋਂ 39 ਮਿਲੀਆਂ ਸੀ, ਤੇ ਪਿਛਲੀ ਵਾਰ ਇਹਨਾਂ ਨੂੰ ਉੱਥੋਂ 88 ਦੇ ਨੇੜੇ ਤੇੜੇ ਸੀਟਾਂ ਜਿਹੜੀਆਂ ਉਸ ਹਲਕੇ 'ਚੋਂ ਮਿਲੀਆਂ, ਵਿਧਾਨ ਸਭਾ 'ਚੋਂ। ਤੇ ਇਹ ਉਸੇ ਲੜੀ ਨੂੰ ਜਾਰੀ ਰੱਖਣ ਲਈ ਉੱਥੇ ਇਹਨਾਂ ਨੇ ਉਹ ਜਿਹੜਾ ਚੋਣ ਪ੍ਰਚਾਰ ਜਿਹੜਾ ਆਰੰਭ ਕੀਤਾ, ਇਹਨੂੰ ਕਹਿ ਲਈਏ। ਹਾਲਾਂਕਿ ਫੰਕਸ਼ਨ ਸਰਕਾਰੀ ਸੀ, ਉਦਘਾਟਨ ਸੀ ਜਾਂ ਨੀਂਹ ਪੱਥਰ ਸੀ, ਪਰ ਫਿਰ ਵੀ ਜਿਹੜੀ ਗੱਲਬਾਤ ਆ ਉਹ ਸਾਰੀ ਜਿਹੜੀ ਆ ਇਸੇ ਤਰੀਕੇ ਦੀ ਸੀ, ਜਿਨ੍ਹਾਂ ਕਿ ਲੋਕਾਂ ਨੂੰ ਆਪਣੀਆਂ ਪਿਛਲੇ ਸਮੇਂ ਦੀਆਂ ਗੱਲਾਂ ਕੀਤੀਆਂ ਹੋਈਆਂ ਯਾਦ ਕਰਵਾਈਆਂ ਕਿ ਅਸੀਂ ਆਹ ਕੀਤਾ ਹੈ, ਅਸੀਂ ਉਹ ਕੀਤਾ ਹੈ। ਕੋਵਿਡ ਦੇ ਪ੍ਰਬੰਧਨ ਦੇ ਦੌਰਾਨ, ਕੋਵਿਡ ਦੇ ਦੌਰਾਨ ਜਿਹੜੀ ਉਹਦੀ ਮੈਨੇਜਮੈਂਟ ਕੀਤੀ ਗਈ ਯੋਗੀ ਆਦਿੱਤਿਆਨਾਥ ਨੇ, ਉਹਦੀ ਸ਼ਾਬਾਸ਼ ਦਿੱਤੀ। ਉਹ ਲੋਕ ਸਾਰੇ ਉਸ ਚੀਜ਼ ਨੂੰ ਦੇਖਦੇ ਨੇ। ਉਸ ਤੋਂ ਬਾਅਦ ਜਿਹੜਾ ਉੱਥੇ ਭੋਜਨ ਵੰਡਿਆ ਗਿਆ ਰੈਲੀ 'ਚ ਆਏ ਲੋਕਾਂ ਨੂੰ, ਉਹਦੇ ਵਿੱਚ ਵੀ ਭਾਜਪਾ ਦੇ ਜਿਹੜੇ ਨਿਸ਼ਾਨ ਸੀ ਜਾਂ ਭਾਜਪਾ ਦੇ ਚੋਣ ਜਿਹੜੇ ਪ੍ਰਚਾਰ ਦੇ ਸਾਧਨ ਨੇ ਜਾਂ ਉਹਨਾਂ ਦੇ ਰੰਗ ਨੇ, ਜਿਹੜਾ ਉਹਨਾਂ ਦੇ ਕਮਲ ਦੇ ਫੁੱਲ ਨੇ, ਉਹ ਵਾਲੇ ਪੈਕਟ ਜਿਹੜੇ ਉੱਥੇ ਲੋਕਾਂ ਨੂੰ ਦਿੱਤੇ ਗਏ। ਜੀ, ਤੇ ਨਾਲ ਦੀ ਨਾਲ ਜਿਹੜੀ ਗੱਲ ਕੀਤੀ ਗਈ ਉਹ ਕਿਸਾਨ ਆਗੂਆਂ ਦੀ ਵੀ ਕੀਤੀ ਗਈ ਤੇ ਕਿਸਾਨ ਅੰਦੋਲਨ ਦੀ ਕੀਤੀ, ਤੇ ਚੌਧਰੀ ਚਰਨ ਸਿੰਘ ਨੂੰ ਵੀ ਯਾਦ ਕੀਤਾ, ਜੀ, ਜਿਹੜੇ ਕਿ ਇਸ ਹਲਕੇ ਦੇ, ਇਸ ਇਲਾਕੇ ਦੇ ਵੱਡੇ ਕਿਸਾਨ ਲੀਡਰ ਸੀ। ਕਿਉਂਕਿ ਜਾਟਲੈਂਡ ਆ ਤੇ ਖੇਤੀ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਬਹੁਲਤਾ 'ਚ ਨੇ ਉੱਥੇ, ਤੇ ਕਿਸਾਨ ਅੰਦੋਲਨ ਦੀ ਜਿਹੜੀ ਸੱਟ ਆ ਉਹਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ। ਜੀ, ਨਾਲ ਦੀ ਨਾਲ ਇਹ ਵੀ ਗੱਲ ਦੱਸੀ ਕਿ ਜਿਹੜੀ ਕੇਂਦਰ ਸਰਕਾਰ ਆ, ਇਹਨੇ ਕਿਸਾਨਾਂ ਦੇ ਫਾਇਦੇ ਲਈ ਜਿਹੜੇ ਆ ਉਹ ਜਿਹੜੀ ਕਿਸਾਨ ਨਿਧੀ ਸ਼ੁਰੂ ਕੀਤੀ ਆ। ਪ੍ਰਧਾਨ ਮੰਤਰੀ ਹਰ 3 ਮਹੀਨੇ ਬਾਅਦ ਕੁਝ ਪੈਸੇ ਕਿਸਾਨਾਂ ਦੇ ਖਾਤੇ 'ਚ ਜਮ੍ਹਾਂ ਕਰਾਉਂਦੇ ਨੇ। ਜੀ, ਉਹਦੀ ਗੱਲ ਕੀਤੀ। ਫਿਰ ਉਸ ਪੈਸੇ ਨੂੰ ਵਧਾਉਣ ਦੀ ਗੱਲ ਵੀ ਕੀਤੀ, ਤੇ ਇਹ ਵੀ ਦੱਸਿਆ ਕਿ 1 ਲੱਖ ਕਰੋੜ ਤੋਂ ਵੱਧ ਅਸੀਂ ਹੁਣ ਤੱਕ ਭਾਰਤ ਦੇ ਕਿਸਾਨਾਂ ਨੂੰ ਪੈਸੇ ਉਹ ਦੇ ਚੁੱਕੇ ਹਾਂ। ਇਹ ਵੀ ਦੱਸਿਆ ਕਿ ਉਹਦੇ 'ਚੋਂ 25,000 ਕਰੋੜ ਤੋਂ ਵੱਧ ਜਿਹੜਾ ਉਹ ਇਕੱਲੇ ਯੂਪੀ ਦੀ ਹਿੱਸੇ ਆਉਂਦਾ, ਕਿਉਂਕਿ ਯੂਪੀ ਦੀ ਆਬਾਦੀ ਜ਼ਿਆਦਾ ਆ ਤੇ ਇੱਥੇ ਕਿਸਾਨ ਵੀ ਵੱਧ ਨੇ। ਜੀ, ਨਾਲ ਦੀ ਨਾਲ ਫਸਲ ਬੀਮਾ ਯੋਜਨਾ ਦੀ ਵੀ ਗੱਲ ਕੀਤੀ। ਪਰ ਜਦੋਂ ਅਸੀਂ ਧਰਾਤਲ ਦੇ ਉੱਤੇ, ਗਰਾਊਂਡ ਦੇ ਉੱਤੇ ਅਸਲ ਦੇ ਵਿੱਚ ਇਹਨਾਂ ਸਾਰੇ ਅੰਕੜਿਆਂ ਨੂੰ ਦੇਖਦੇ ਹਾਂ ਤੇ ਫਿਰ ਉਹ ਸਮਝ ਆਉਂਦੀ ਆ ਕਿ ਇਹ ਜਿਹੜੀਆਂ ਸਾਰੀਆਂ ਯੋਜਨਾਵਾਂ ਨੇ ਇਹ ਗਣਾਉਣ ਨੂੰ ਤੇ ਸੋਹਣੀਆਂ ਲੱਗਦੀਆਂ, ਦਿਖਾਉਣ ਨੂੰ ਤੇ ਚੰਗੀਆਂ ਲੱਗਦੀਆਂ। ਹੁਣ ਮੈਂ ਅੱਜ ਉਹ ਅੰਕੜੇ ਨਹੀਂ ਲਿਆ ਸਕਿਆ, ਪਰ ਜਦੋਂ ਤੁਸੀਂ ਉਹਨਾਂ ਪੈਸਿਆਂ ਦੀ ਗੱਲ ਕਰਦੇ ਨਾ ਜਿਹੜੇ ਇਹ ਉਹਨਾਂ ਕਿਸਾਨਾਂ ਦੇ ਖਾਤੇ 'ਚ ਜਮ੍ਹਾਂ ਕਰਵਾਉਂਦੇ ਨੇ, ਜਦੋਂ ਪਹਿਲੇ ਸਾਲ ਜਮ੍ਹਾਂ ਕਰਵਾਉਂਦੇ ਆ ਉਦੋਂ ਕਿਸਾਨਾਂ ਦੀ ਗਿਣਤੀ ਕੁਝ ਹੋਰ ਸੀ। ਜਦੋਂ ਦੂਜੀ ਵਾਰ ਉਹ ਪੈਸੇ ਜਮ੍ਹਾਂ ਕਰਾਏ ਤੇ ਉਸ ਗਿਣਤੀ ਦੇ ਵਿੱਚ 15% ਤੋਂ ਵੀ ਜ਼ਿਆਦਾ ਦਾ ਫਰਕ ਸੀ। ਹੁਣ ਇਹ ਗੱਲ ਸਮਝ ਨਹੀਂ ਲੱਗੀ ਕਿ ਉਹ 15% ਕਿਸਾਨ ਕਿੱਦਾਂ ਘਟ ਗਏ। ਜਾਂ ਤੇ ਪਹਿਲੀ ਵਾਰੀ ਗਲਤ ਪਾਏ ਕਿ ਐਵੇਂ ਲੋਕਾਂ ਦੀ ਗਿਣਤੀ 'ਚ ਪਾਤੇ, ਜੇ ਐਵੇਂ ਪਾਤੇ ਤਾਂ ਕੀ ਉਹ ਵਾਪਸ ਲੈ ਗਏ, ਕੀ ਉਹ ਜਿਹੜਾ ਰੋਲ ਘਚੋਲਾ ਆ ਜਾਂ ਉਹ ਜਿਹੜੇ ਘਪਲੇ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਤੇ ਦੂਜੀ ਵਾਰ ਫਿਰ ਜਿਹੜੇ ਪਾਏ ਉਹ ਡਾਟਾਬੇਸ ਕਿੱਥੋਂ ਆਇਆ ਤੇ ਕਿੱਥੇ ਨਹੀਂ ਗਿਆ।
ਤੇ ਤੀਸਰੀ ਵਾਰ ਫਿਰ ਜਿਹੜੇ ਪਾਏ ਆ ਉਹ ਅੰਕੜੇ ਕੁਝ ਹੋਰ ਨੇ। ਸੋ ਇਹ ਜਿਹੜੀ ਇਦਾਂ ਹੀ ਜਿਹੜੀ ਗੱਲ ਹੈਗੀ ਆ ਖੇਤੀ ਦੀ ਇੰਸ਼ੋਰੈਂਸ ਦੀ ਜਿਹੜੀ ਆ, ਖੇਤੀ ਇੰਸ਼ੋਰੈਂਸ ਦੀ ਜਿਹੜੀ ਗੱਲ ਆ, ਐਗਰੀਕਲਚਰ ਇੰਸ਼ੋਰੈਂਸ ਦੇ ਜਿਹੜੇ ਸਕੀਮਾਂ ਸੀਗੀਆਂ ਉਹਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ ਤੇ ਉੱਥੋਂ ਵੀ ਇਹ ਗੱਲ ਸਾਹਮਣੇ ਆਉਂਦੀ ਆ। ਬਹੁਤ ਸਾਰੇ ਕਿਸਾਨਾਂ ਨਾਲ ਵੀ ਉੱਥੋਂ ਪੱਤਰਕਾਰਾਂ ਨੇ ਗੱਲਾਂ ਕਰਕੇ ਦੱਸੀਆਂ ਗੱਲਾਂ। ਕਈ ਕਿਸਾਨਾਂ ਨੇ ਜਦੋਂ ਉਸ ਇੰਸ਼ੋਰੈਂਸ ਕਲੇਮ ਨੂੰ ਲੈਣ ਲਈ ਦਫ਼ਤਰ, ਉਸ ਕੰਪਨੀ ਦੇ ਦਫ਼ਤਰ ਦੇ ਗੇੜੇ ਮਾਰੇ ਤੇ ਫਿਰ ਉਹ ਦੱਸਿਆ ਗਿਆ ਕਿ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਤੁਹਾਡੀ ਇਕੱਲੀ ਫਸਲ ਖਰਾਬ ਹੋਵੇ ਤਾਂ ਨਹੀਂ ਮਿਲਣੀ, ਜੇ ਤੁਹਾਡੇ ਹਲਕੇ ਦੀ, ਤੁਹਾਡੇ ਪਿੰਡ ਦੀ ਵੀ ਨਹੀਂ, ਉਸ ਹਲਕੇ ਦੀ ਜੇ 70% ਤੋਂ ਵੱਧ ਲੋਕਾਂ ਦੀ ਫਸਲ ਖਰਾਬ ਹੋਵੇ ਫਿਰ ਉਹ ਮਿਲਣੀ ਹੈ। ਇਹ ਕਿਹੋ ਜਿਹੀ ਇੰਸ਼ੋਰੈਂਸ ਹੈ? ਫਿਰ ਜਦੋਂ ਉਹਦੇ ਹੋਰ ਅੰਕੜੇ ਦੇਖੇ ਗਏ ਤਾਂ ਇਹ ਵੀ ਦੇਖਿਆ ਗਿਆ ਕਿ ਬਿਹਾਰ ਵਰਗੇ ਇਲਾਕੇ 'ਚ ਜਿੱਥੇ ਬਿਲਕੁਲ ਲੋਅਰ ਲੈਵਲ ਦੇ ਕਿਸਾਨ ਰਹਿੰਦੇ ਨੇ, ਉੱਥੋਂ ਵੀ ਕੰਪਨੀਆਂ ਨੂੰ 1400 1500 ਕਰੋੜ ਦਾ ਮੁਨਾਫਾ ਹੋਇਆ ਜੀ। ਤੇ ਜਿਹੜੀ ਕਲੇਮ ਕੰਪਨੀਆਂ ਨੇ ਲੋਕਾਂ ਨੂੰ ਦਿੱਤੇ ਨੇ ਉਹਨਾਂ ਦੀ ਗਿਣਤੀ 200 ਕਰੋੜ ਜਾਂ 300 ਕਰੋੜ ਜਾਂ 400 ਕਰੋੜ ਤੱਕ ਹੀ ਸਿਮਟ ਕੇ ਰਹਿ ਗਈ। ਸੋ ਇਹ ਜਿਹੜੀਆਂ ਸਾਰੀਆਂ ਸਕੀਮਾਂ ਨੇ, ਇਹ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿਸਾਨਾਂ ਦੇ ਹਿਤੈਸ਼ੀ ਹੋਣ ਲਈ, ਜਾਂ ਫਿਰ ਜਦੋਂ ਇਹ ਭਾਸ਼ਣ ਦਿੱਤੇ ਜਾਂਦੇ ਨੇ ਜੁਮਲਿਆਂ ਵਾਲੀ ਸਰਕਾਰ, ਫਿਰ ਜਦੋਂ ਲੋਕ ਇਹਨਾਂ ਨੂੰ ਕਹਿੰਦੇ ਨੇ ਜੀ, ਉਹਨਾਂ ਨੇ ਆਪ ਦੱਸਿਆ ਕਿ 10 ਵਿੱਚੋਂ 8 ਕਿਸਾਨ ਜਿਹੜੇ ਨੇ ਉਹ ਮਿਡਲ ਦੀ ਜ਼ਮੀਨ ਵਾਲੇ ਨੇ, ਘੱਟ ਜ਼ਮੀਨ ਵਾਲੇ ਕਿਸਾਨ ਨੇ, ਮੱਧ ਵਰਗੀ ਕਿਸਾਨ ਨੇ, ਛੋਟੀ ਜ਼ਮੀਨ ਦੇ ਟੁਕੜਿਆਂ ਤੇ ਖੇਤੀ ਕਰਨ ਵਾਲੇ ਕਿਸਾਨ ਨੇ। ਫਿਰ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਦੋਂ ਸਾਹਮਣੇ ਆਉਂਦੀਆਂ ਕਿ ਇਹ ਜਿਹੜੀ ਆ ਉੱਥੇ ਦੀ ਰੈਲੀ ਸੀ ਜਾਂ ਇਹ ਕਿਸਾਨਾਂ ਦੇ ਭਲਾ ਕਰਨ ਵਾਲੀ ਸਰਕਾਰ ਦੀ ਗੱਲ ਸੀ। ਉਹ ਜਿਹੜੀਆਂ ਗੱਲਾਂ ਨੇ ਉਹ ਸਿਰਫ ਔਰ ਸਿਰਫ ਅੰਕੜਿਆਂ 'ਚ ਸੋਹਣੀਆਂ ਲੱਗਦੀਆਂ ਨੇ। ਜਦੋਂ ਉਹਨੂੰ ਇੱਕ ਦੇਖਦੇ ਆ ਕਿ 1,14,000 ਕਰੋੜ ਰੁਪਈਆ ਅਸੀਂ ਕਿਸਾਨਾਂ ਦੇ ਖਾਤੇ 'ਚ ਸਿੱਧੇ ਪਾਤੇ, ਉਹ ਗੱਲ ਬੜੀ ਵਧੀਆ ਲੱਗਦੀ ਹੈ। ਪਰ ਜਿਹੜੀਆਂ ਖੇਤੀ ਦੀਆਂ ਆਧਾਰਿਤ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਖੇਤੀ ਕਰਦੇ ਨੇ, ਉਹਦੇ ਲਈ ਕੀ ਹੋ ਰਿਹਾ? ਡੀਜ਼ਲ ਕਿੰਨਾ ਮਹਿੰਗਾ ਹੋ ਰਿਹਾ, ਬਿਜਲੀ ਦੀ ਜਿਹੜੀ ਆ ਆਪੂਰਤੀ ਆ ਉਹ ਕਿੰਨੀ ਹੋ ਰਹੀ ਆ, ਪਾਣੀ ਨੂੰ ਬਚਾਉਣ ਲਈ ਕਿੱਥੇ ਕੀ ਕੀਤਾ ਜਾ ਰਿਹਾ, ਖਾਦਾਂ ਦੀਆਂ ਕੀਮਤਾਂ ਕਿੱਥੇ ਜਾ ਰਹੀਆਂ ਤੇ ਖਾਦਾਂ ਦੀ ਅਵੇਲੇਬਿਲਟੀ ਜਿਹੜੀ ਉਹ ਕਿੱਥੇ ਜਾ ਰਹੀ ਆ। ਕਿਸਾਨ ਅੰਦੋਲਨ ਦੇ ਬਾਰੇ 'ਚ ਤੁਸੀਂ ਕੀ ਗੱਲ ਕਰ ਰਹੇ ਆ? ਤੁਸੀਂ ਉੱਥੇ ਜਾਟਲੈਂਡ 'ਚ ਪਹੁੰਚ ਗਏ ਆ ਤੇ ਤੁਸੀਂ ਦੱਸ ਦਿੱਤਾ ਕਿ ਅਸੀਂ ਗੰਨਾ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਵਧਾ ਦਿਆਂਗੇ। ਜਿਹੜੀ ਗੰਨਾ ਕਿਸਾਨਾਂ ਦੀ ਗੰਨੇ ਦੀ ਕੀਮਤ ਨੂੰ ਵਧਾਉਣ ਦੀ ਗੱਲ ਆ ਉਹ ਵੀ ਦੱਸ ਦਿੱਤਾ ਕਿ ਵਧਾ ਦਿਆਂਗੇ। ਇਹ ਖਦਸ਼ੇ ਨੇ, ਆਉਣ ਵਾਲੇ ਦਿਨਾਂ 'ਚ ਖਦਸ਼ੇ ਨਹੀਂ, ਹਾਲਾਂਕਿ ਚੰਗੀ ਗੱਲ ਆ ਕਿ ਜੇ ਯੂਪੀ ਸਰਕਾਰ ਗੰਨੇ ਦੀ ਰੇਟ ਵਧਾਉਂਦੀ ਆ, ਭਾਵੇਂ ਪੰਜਾਬ ਨਾਲੋਂ ਵੀ ਵਧਾਉਂਦੀ ਆ, ਭਾਵੇਂ 400 ਰੁਪਈਆ ਵੀ ਕਰ ਦਿੰਦੀ, ਉਹ ਇੱਕ ਚੰਗੀ ਗੱਲ ਆ। ਕਿਉਂਕਿ ਉਹ ਵੈਸਟਰਨ ਯੂਪੀ ਦਾ ਸਾਰਾ ਇਲਾਕਾ ਜਿਹੜਾ ਆ ਉਹ ਗੰਨੇ ਲਈ ਚੰਗੀ ਜ਼ਮੀਨ ਹੈ ਤੇ ਉੱਥੇ ਗੰਨੇ ਦੀ ਪੈਦਾਵਾਰ ਵੀ ਕਾਫੀ ਹੁੰਦੀ ਆ। ਪਰ ਕੀ ਇਹ ਸਾਰਾ ਕੁਝ ਜਿਹੜਾ ਆ ਉਹ ਸਿਰਫ ਚੋਣਾਂ ਲਈ ਆ, ਜਾਂ ਕੀ ਇਹ ਸਾਰਾ ਕੁਝ ਜਿਹੜਾ ਸਿਰਫ ਉਹ ਵੋਟਾਂ ਲਈ ਆ, ਜਾਂ ਇਹਦੇ ਕੁਝ ਹੋਰ ਵੀ ਮਕਸਦ ਨੇ? ਉੱਥੇ ਹੋਰ ਵੀ ਤਰ੍ਹਾਂ ਦੀ ਖਿੱਚੋਤਾਣ ਜਿਹੜੀ ਯੂਪੀ 'ਚ ਆਉਣ ਵਾਲੇ ਦਿਨਾਂ 'ਚ ਮਿਲੇਗੀ। ਪਰ ਹਾਲ ਦੀ ਘੜੀ ਜਿਹੜੀ ਯੂਪੀ ਦੀ ਇਹ ਦੌਰਾ ਸੀ, ਉਹ ਕਹਿਣ ਨੂੰ ਤਾਂ ਇੱਕ ਯੂਨੀਵਰਸਿਟੀ ਦਾ ਉਦਘਾਟਨ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਅਲੀਗੜ੍ਹ ਦੇ ਵਿੱਚ ਜਿਹੜਾ ਡਿਫੈਂਸ ਕੋਰੀਡੋਰ ਬਣਾਇਆ, ਉੱਥੇ ਕੁਝ ਫੈਕਟਰੀਆਂ ਲੱਗਣਗੀਆਂ ਜਿੱਥੋਂ ਹਥਿਆਰ ਬਣਨਗੇ ਤੇ ਉਹ ਭਾਰਤ ਦੀਆਂ ਸੀਮਾਵਾਂ ਦੇ ਉੱਤੇ ਜਿਹੜੇ ਫੌਜੀ ਨੇ ਉਹਨਾਂ ਨੂੰ ਹਥਿਆਰ ਮਿਲਣਗੇ। ਉਹਦੀ ਵੀ ਗੱਲਬਾਤ ਆ। ਠੀਕ ਹੈ, ਹੋ ਸਕਦਾ ਉੱਥੇ ਕੋਈ ਚੰਗੀ ਫੈਕਟਰੀ ਸੈਟਅਪ ਹੋਵੇ, ਕੋਈ ਚੰਗਾ ਰੁਜ਼ਗਾਰ ਲੋਕਾਂ ਨੂੰ ਮਿਲੇ, ਇੱਕ ਬਹੁਤ ਵਧੀਆ ਗੱਲ ਆ। ਪਰ ਜਿਹੜਾ ਉਹ ਭਾਸ਼ਣ ਦੇ ਵਿੱਚ ਸਾਰਾ ਜਲੌ ਪੇਸ਼ ਕੀਤਾ ਕਿ ਅਸੀਂ ਕਿਸਾਨਾਂ ਲਈ ਉਹ ਕੀਤਾ, ਅਸੀਂ ਕਿਸਾਨਾਂ ਲਈ ਉਹ ਕੀਤਾ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਅਸਲ ਦੇ ਵਿੱਚ ਸੱਚਾਈ ਜਿਹੜੀ ਉਹ ਬਹੁਤ ਘੱਟ ਹੀ ਮਿਲਦੀ। ਜੀ ਸ਼ਰਮਾ ਜੀ, ਇੱਕ ਖਬਰ ਹੋਰ ਆ ਵੀ ਇੱਕ ਵਕੀਲ ਨੂੰ ਅਦਾਲਤ ਨੇ ਝਾੜਿਆ, ਕਾਲੇ ਕੋਟ ਵਾਲੇ ਬੰਦੇ ਨੂੰ ਅਦਾਲਤ ਨੇ ਝਾੜਿਆ, ਕੀ ਹੈ ਮਾਜਰਾ? ਜੀ ਸਵਲੀਨ ਜੀ, ਐਡਵੋਕੇਟ ਪ੍ਰਦੀਪ ਕੁਮਾਰ ਯਾਦਵ ਨੇ ਇੱਕ PIL ਪਾਈ ਸੀ। PIL ਅਸੀਂ ਅਕਸਰ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ, ਪਬਲਿਕ ਇੰਟਰਸਟ ਲਿਟੀਗੇਸ਼ਨ, ਲੋਕ ਹਿੱਤ ਦੇ ਵਿੱਚ ਪਾਈ ਗਈ ਪਟੀਸ਼ਨ, ਜਾਂ ਜਿਹਨੂੰ ਅਸੀਂ ਹਿੰਦੀ 'ਚ ਜਨ ਹਿੱਤ ਯਾਚਕਾ ਕਹਿੰਦੇ ਹਾਂ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ PIL ਜਿਹੜੀ ਆ ਇਹ ਪਬਲਿਸਿਟੀ ਇੰਟਰਸਟ ਲਿਟੀਗੇਸ਼ਨ ਲੱਗਦੀ ਆ, ਕਿ ਇਹ ਤੁਸੀਂ ਆਪਣੀ ਪਛਾਣ ਕਰਾਉਣ ਲਈ, ਆਪਣੀ ਮਸ਼ਹੂਰੀ ਕਰਾਉਣ ਲਈ ਲਿਟੀਗੇਸ਼ਨ ਪਾਈ ਹੈ। ਇਹਦੇ 'ਚ ਕੋਈ ਲਿਟੀਗੇਸ਼ਨ ਵਾਲੀ ਗੱਲ ਨਹੀਂ। ਸਿਰਫ ਝਾੜਿਆ ਹੀ ਨਹੀਂ ਪ੍ਰਦੀਪ ਕੁਮਾਰ ਯਾਦਵ ਨੂੰ, ਉਹਨੂੰ ਅਦਾਲਤ ਦਾ ਸਮਾਂ ਖਰਾਬ ਕਰਨ ਲਈ 10,000 ਦਾ ਜੁਰਮਾਨਾ ਵੀ ਲਾਇਆ। ਪਟੀਸ਼ਨ ਕੀ ਪਾਈ ਸੀ ਉਹਨਾਂ ਨੇ? ਪਟੀਸ਼ਨ ਉਹਨੇ ਇਹ ਪਾਈ ਸੀ ਕਿ ਕੋਵਿਡ ਦੇ ਦੌਰਾਨ ਜਿਹੜੇ 60 ਸਾਲ ਤੋਂ ਘੱਟ ਉਮਰ ਦੇ ਵਕੀਲਾਂ ਦੀ ਜਾਨ ਗਈ ਆ, ਉਹਨਾਂ ਨੂੰ 50 ਲੱਖ ਤੋਂ ਵੱਧ ਦਾ ਮੁਆਵਜ਼ਾ ਜਿਹੜਾ ਆ ਸਰਕਾਰ ਦੇਵੇ। ਉਹਨੇ ਸਰਕਾਰ ਨੂੰ ਵੀ ਧਿਰ ਬਣਾਇਆ ਸੀ, ਬਾਰ ਐਸੋਸੀਏਸ਼ਨ ਨੂੰ ਵੀ ਧਿਰ ਬਣਾਇਆ ਸੀ, ਤੇ ਉਹਦਾ ਤਰਕ ਇਹ ਸੀਗਾ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ, ਜਾਂ ਸਾਡਾ ਜਿਹੜਾ ਅਹੁਦਾ ਆ ਉਹ ਵੱਡਾ ਆ ਤੇ ਸਾਨੂੰ ਜਿਹੜਾ ਮੁਆਵਜ਼ਾ ਆ ਉਹ ਵੱਧ ਮਿਲਣਾ ਚਾਹੀਦਾ। ਉਹਦੇ ਤੋਂ ਫਿਰ ਕੋਰਟ ਨੇ ਕਿਹਾ ਕਿ ਤੁਸੀਂ ਜੇ ਕਾਲਾ ਕੋਟ ਪਾ ਲੈਂਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਡੀ ਜਿਹੜੀ ਮਹਾਨਤਾ ਆ ਉਹ ਵੱਧ ਗਈ ਆ। ਮੈਨੂੰ ਤਾਂ ਨਹੀਂ ਸੁਣਾ ਰਹੇ। ਨਹੀਂ, ਤੁਹਾਨੂੰ ਨਹੀਂ, ਜੇ ਉਹ ਸਿਰਫ ਵਕੀਲ ਦੇ ਕਾਲੇ ਕੋਟ ਦੀ ਗੱਲ ਸੀ। ਦੇਖੋ, ਇਹ ਬਹੁਤ ਨੋਬਲ ਪ੍ਰੋਫੈਸ਼ਨ ਆ, ਪਰ ਹਰ ਪ੍ਰੋਫੈਸ਼ਨ ਦੇ ਵਿੱਚ ਚੰਗੇ ਲੋਕ ਵੀ ਨੇ ਤੇ ਬੁਰੇ ਲੋਕ ਵੀ ਨੇ, ਅਸੀਂ ਉਹਦੀ ਗੱਲ ਨਹੀਂ ਕਰਦੇ। ਵਕੀਲ ਦੇਖੋ, ਦੋ ਵਕੀਲ ਦੋਨਾਂ ਧਿਰਾਂ ਦੀ ਗੱਲਬਾਤ ਲੈ ਕੇ ਉਹਨੂੰ ਰਿੜਕਦੇ ਨੇ ਤੇ ਉਹਦੇ ਚੋਂ ਅਸਲੀਅਤ ਕੱਢ ਕੇ ਜੱਜ ਸਾਹਿਬ ਦੇ ਸਾਹਮਣੇ ਰੱਖਦੇ ਨੇ, ਫਿਰ ਹੀ ਫੈਸਲਾ ਹੁੰਦਾ।
ਪਰ ਇੱਥੇ ਉਹਨਾਂ ਨੇ PIL ਦੇ ਇੱਕ ਜਿਹੜੇ ਮੀਨਿੰਗ ਨੇ ਉਹੀ ਪਬਲਿਸਿਟੀ ਇੰਟਰਸਟ ਲਿਟੀਗੇਸ਼ਨ ਕਿਹਾ ਕਿ ਤੁਸੀਂ ਮਸ਼ਹੂਰੀ ਲੈਣ ਲਈ ਇਹ ਕੀਤਾ ਆ ਤੇ ਇਹੋ ਜਿਹੀਆਂ ਪਟੀਸ਼ਨਾਂ ਜਿਹੜੀਆਂ ਆ ਉਹ ਨਹੀਂ ਪਾਉਣੀਆਂ ਚਾਹੀਦੀਆਂ। ਤੇ ਉਹ ਝਾੜ ਤੇ ਫਿਰ ਲੱਗ ਹੀ ਗਈ ਜਦੋਂ ਉਹਨਾਂ ਨੂੰ ਜੁਰਮਾਨਾ ਹੀ ਉਸ ਕੇਸ ਦੇ ਵਿੱਚ ਕਰ ਦਿੱਤਾ ਗਿਆ। ਇੱਕ ਵੱਡੀ ਖਬਰ ਹੈ ਇਸ ਗੱਲ ਲਈ, ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਜੇ ਤੁਸੀਂ ਵਕੀਲ ਹੋ ਤੁਸੀਂ 50 ਲੱਖ ਦਾ ਜੁਰਮਾਨਾ ਜਿਹੜਾ ਆ ਉਹ ਮੰਗ ਰਹੇ ਆ। ਨਾਲ ਕੋਰਟ ਨੇ ਇਹ ਵੀ ਦੱਸਿਆ ਕਿ ਅਸੀਂ ਆਲਰੇਡੀ ਕੇਂਦਰ ਸਰਕਾਰ ਨੂੰ ਕਿਹਾ ਹੋਇਆ ਕਿ ਜਿਹੜੇ ਕੋਵਿਡ ਦੀ ਦੌਰਾਨ ਮੌਤਾਂ ਹੋਈਆਂ ਉਹਦੇ ਤੇ ਵਿਚਾਰ ਕੀਤਾ ਜਾਵੇ ਤੇ ਉਹਦੇ ਤੇ ਜੁਰਮਾਨਾ ਕੁਝ ਮੁਆਵਜ਼ੇ ਜਿਹੜੇ ਆ ਉਹ ਤੈਅ ਕੀਤੇ ਜਾਣ ਤੇ ਜਿੰਨੇ ਵੀ ਲੋਕਾਂ ਦੀ ਮੌਤ ਹੋਈ ਆ ਉਹਦੇ ਤੇ ਕੁਝ ਨਾ ਕੁਝ ਜ਼ਰੂਰ ਹੋਵੇਗਾ। ਪਰ ਤੁਹਾਡਾ ਜਿਹੜਾ ਇਹ ਪਟੀਸ਼ਨ ਆ ਇਹ ਬਿਲਕੁਲ ਅਦਾਲਤ ਦਾ ਸਮਾਂ ਖਰਾਬ ਕਰਨ ਵਾਲੀ ਹੈ, ਇਹਦੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ, ਇਹਨੂੰ ਖਾਰਜ ਕੀਤਾ ਜਾਂਦਾ ਤੇ ਤੁਹਾਨੂੰ ਜੁਰਮਾਨਾ ਵੀ ਲਾਇਆ ਜਾਂਦਾ। ਸ਼ਰਮਾ ਜੀ ਸਮਾਂ ਸਾਡੇ ਕੋਲ ਹੁਣ ਬਹੁਤਾ ਨਹੀਂ ਹੈ ਪਰ ਇੱਕ ਛੋਟਾ ਜਿਹਾ ਸਵਾਲ ਆ। ਅੱਜ 15 ਸਤੰਬਰ ਆ, ਕੌਮਾਂਤਰੀ ਲੋਕਤੰਤਰ ਦਿਵਸ ਹੈ ਤੇ ਸੁਣਿਆ ਕਿ ਮੋਦੀ ਜੀ ਸੰਸਦ ਟੀਵੀ ਲਾਂਚ ਕਰ ਰਹੇ ਨੇ। ਜੇਕਰ ਉਹ ਸੰਸਦ ਟੀਵੀ ਲਾਂਚ ਕਰਦੇ ਨੇ ਤੇ ਕੀ ਲੋਕ ਸਭਾ ਤੇ ਰਾਜ ਸਭਾ ਟੀਵੀ ਬੰਦ ਹੋ ਜਾਊਗਾ? ਬਿਲਕੁਲ, ਤੁਸੀਂ ਆਪ ਹੀ ਇਸ ਸਵਾਲ ਦਾ ਜਵਾਬ ਦੇ ਦਿੱਤਾ। ਇਹ ਸੰਸਦ ਟੀਵੀ ਜਿਹੜਾ ਹੈ ਇਹ ਦੋਨਾਂ ਟੈਲੀਵਿਜ਼ਨਸ ਨੂੰ, ਦੋਨਾਂ ਚੈਨਲਸ ਨੂੰ ਮਰਜ ਕਰਕੇ ਬਣਾਇਆ ਗਿਆ ਜੀ। ਤੇ ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਕਿ ਦੂਰਦਰਸ਼ਨ ਦਾ ਜੋ ਹਾਲਾਤ ਨੇ ਹੁਣ, ਦੂਰਦਰਸ਼ਨ ਇੱਕ ਐਸਾ ਸਰਕਾਰੀ ਮਾਧਿਅਮ ਸੀ ਜਿਹੜਾ ਹਰ ਲੋਕਾਂ ਤੱਕ ਪਹੁੰਚਦਾ ਸੀ ਜੀ। ਪਰ ਜਿੱਦਾਂ ਅਸੀਂ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਜਾਂ ਟਰਾਂਸਪੋਰਟ ਸੇਵਾਵਾਂ ਦੀ ਗੱਲ ਕਰਦੇ ਹਾਂ, ਇੱਦਾਂ ਜਦੋਂ ਅਸੀਂ ਦੂਰਦਰਸ਼ਨ ਦੀ ਗੱਲ ਕਰਦੇ ਹਾਂ ਤੇ ਇਹ ਇੱਕ ਫਲੈਗਸ਼ਿਪ ਚੈਨਲ ਆ ਪੰਜਾਬ ਭਾਰਤ ਸਰਕਾਰ ਦਾ। ਇੱਥੇ ਹੁਣ ਸਿਰਫ ਔਰ ਸਿਰਫ ਸਰਕਾਰ ਦੀਆਂ ਨੀਤੀਆਂ ਦੀ ਹੀ ਗੱਲ ਹੁੰਦੀ ਹੈ, ਇਸੇ ਕਰਕੇ ਇਹਨਾਂ ਨੂੰ ਕੋਈ ਨਹੀਂ ਦੇਖਦਾ। ਹਲੇ ਵੀ ਕੁਝ ਪੁਰਾਣੇ ਲੋਕ ਹਨ ਜਿਹੜੇ ਦੂਰਦਰਸ਼ਨ ਦੀਆਂ ਖਬਰਾਂ ਨੂੰ ਸਟੀਕ ਸਮਝਦੇ ਨੇ, ਪਰ ਇੱਕ ਗੱਲ ਮੰਨਣੀ ਪਵੇਗੀ ਕਿ ਉਹ ਸਿਰਫ ਔਰ ਸਿਰਫ ਖਬਰ ਦਾ ਜਾਂ ਕਿਸੇ ਵੀ ਕਹਾਣੀ ਦਾ ਇੱਕ ਪਾਸਾ ਦਿਖਾਉਂਦੇ ਨੇ, ਉਹ ਸਰਕਾਰੀ ਪੱਖ ਹੈ। ਦੂਰਦਰਸ਼ਨ ਦੇ ਸਾਰੇ ਚੈਨਲ, ਆਕਾਸ਼ਬਾਣੀ ਦੇ ਸਾਰੇ ਚੈਨਲ ਮਨ ਕੀ ਬਾਤ ਦਿਖਾਉਂਦੇ ਨੇ ਜਾਂ ਇਹਨਾਂ ਕੋਲ ਤੇ ਇੰਨਾ ਆਰਕਾਈਵ ਆ, ਇੰਨਾ ਡੇਟਾ ਪਿਆ, ਇੰਨੇ ਸਮਾਨ, ਇੰਨੇ ਪ੍ਰੋਗਰਾਮ, ਇੰਨੀ ਡਾਕੂਮੈਂਟਰੀਜ਼, ਇੰਨੀਆਂ ਮੂਵੀਜ਼, ਇੰਨੇ ਸੌਂਗ, ਇੰਨਾ ਮਿਊਜ਼ਿਕ, ਲੈਜੈਂਡਰੀ ਸਮਾਨ ਇਹਨਾਂ ਕੋਲ ਪਿਆ ਜੋ ਚਾਹਣ ਦਿਖਾ ਸਕਦੇ ਨੇ ਜੀ। ਸੰਸਦ ਟੀਵੀ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਤੇ ਉੱਥੇ ਹੋਰ ਕਿਹਾ ਗਿਆ ਕਿ ਬਹੁਤ ਚੰਗੇ ਚੰਗੇ ਲੋਕ ਜਿਹੜੇ ਆ ਉਹ ਸੰਸਦ ਟੀਵੀ ਦੇ ਉੱਤੇ ਆਉਣਗੇ ਜੀ। ਵੱਡੇ ਵੱਡੇ ਨੇਤਾ ਜਿਹੜੇ ਆ ਉਹ ਤੁਹਾਨੂੰ ਇੰਟਰਵਿਊਜ਼ ਕਰਦੇ ਨਜ਼ਰ ਆਉਣਗੇ। ਉਹਨਾਂ 'ਚ ਕਰਨ ਸਿੰਘ ਦਾ ਨਾਮ ਵੀ ਆ ਰਿਹਾ, ਸ਼ਸ਼ੀ ਥਰੂਰ ਦਾ ਨਾਮ ਆ ਰਿਹਾ। ਇਹ ਦੋਨੋਂ ਕਾਂਗਰਸ ਦੇ ਲੀਡਰ ਨੇ ਜੀ। ਨਾਲ ਦੀ ਨਾਲ ਉੱਥੋਂ ਯੋਜਨਾ ਕਮਿਸ਼ਨ ਤੋਂ ਜਿਹੜੇ ਅਮਿਤਾਭ ਕਾਂਤ ਨੇ ਉਹਨਾਂ ਦੀ ਗੱਲਬਾਤ ਵੀ ਹੋ ਰਹੀ ਹੈ। ਐਡਵੋਕੇਟ ਹੇਮੰਤ ਬਤਰਾ ਦਾ ਨਾਮ ਆ ਰਿਹਾ। ਮੈਦਾਂਤਾ ਤੋਂ ਇੱਕ ਬਹੁਤ ਵੱਡੇ ਡਾਕਟਰ ਨੇ, ਉਹਨਾਂ ਦਾ ਨਾਮ ਆ ਰਿਹਾ ਜਿਹੜੇ ਹੈਲਥ ਸੰਬੰਧੀ ਜਾਣਕਾਰੀ ਦੇਣਗੇ। ਸੋ ਇਦਾਂ ਦੇ ਕੁਝ ਕਾਫੀ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਆ ਉਹ ਚਲਾਏ ਜਾਣਗੇ ਇਸ ਟੈਲੀਵਿਜ਼ਨ ਤੋਂ। ਤੇ ਪਰ ਦੇਖਣਾ ਬਣੇਗਾ ਕਿ ਸਰਕਾਰ ਇਹਨੂੰ ਕਿੰਨਾ ਕੁ ਬਜਟ ਦਿੰਦੀ ਆ ਤੇ ਕਿਵੇਂ ਇਸ ਚੈਨਲ ਦਾ ਜਿਹੜਾ ਆ ਬ੍ਰੌਡਕਾਸਟ ਫਿਰ ਆਮ ਲੋਕਾਂ ਤੱਕ ਪਹੁੰਚਦਾ ਆ। ਤੇ ਦੂਸਰੀ ਗੱਲ ਇਹ ਵੀ ਆ ਕਿ ਇਹ ਟੈਲੀਵਿਜ਼ਨ ਸੰਸਦ ਦੇ ਸੈਸ਼ਨ ਜਦੋਂ ਚੱਲਣਗੇ ਉਦੋਂ ਸਾਰੇ ਜਿਹੜੇ ਉਹਦੇ ਬ੍ਰੌਡਕਾਸਟਿੰਗ ਜਿਹੜੀ ਆ ਉਹ ਦਿਖਾਵੇਗਾ, ਜਿੱਦਾਂ ਪਹਿਲਾਂ ਲੋਕ ਸਭਾ ਟੀਵੀ ਤੇ ਰਾਜ ਸਭਾ ਟੀਵੀ ਦਿਖਾਉਂਦੇ ਸੀ ਜੀ। ਤੇ ਉਸ ਤੋਂ ਬਾਅਦ ਬਾਕੀ ਸਮੇਂ ਦੇ ਦੌਰਾਨ ਇਹ ਅਲੱਗ-ਅਲੱਗ ਤਰ੍ਹਾਂ ਦੇ, ਅਲੱਗ-ਅਲੱਗ ਤਰੀਕੇ ਦੇ, ਅਲੱਗ-ਅਲੱਗ ਵਿਸ਼ਿਆਂ ਦੇ ਪ੍ਰੋਗਰਾਮ ਭਾਰਤ ਦੀ ਸਾਰੇ ਲੋਕਾਂ ਨੂੰ ਦਿਖਾਉਣਗੇ। ਚੰਗੀ ਗੱਲ ਆ, ਚੰਗਾ ਇੱਕ ਮਾਧਿਅਮ ਹੋਣਾ ਚਾਹੀਦਾ। ਕਿਸਾਨ ਟੀਵੀ ਵੀ ਚੱਲ ਰਿਹਾ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ। ਸਪੋਰਟਸ ਚੈਨਲ ਵੀ ਹਨ ਭਾਰਤ ਸਰਕਾਰ ਦੇ ਜਿਹੜੇ DD ਸਪੋਰਟਸ ਆ। ਤੇ ਇਦਾਂ ਹੀ ਜੇ ਇੱਕ ਸੰਸਦ ਟੀਵੀ ਵੀ ਆਵੇ ਤਾਂ ਚੰਗੀ ਗੱਲ ਆ। ਪਰ ਇੱਕ ਗੱਲ ਇਹ ਆ ਕਿ ਮੀਡੀਆ ਦਾ ਜਿਹੜਾ ਰੋਲ ਆ ਉਹ ਬਾਇਸਡ ਨਹੀਂ ਹੋਣਾ ਚਾਹੀਦਾ, ਉਹ ਸਰਕਾਰ ਪੱਖੀ ਜਾਂ ਸਰਕਾਰ ਵਿਰੋਧੀ ਨਹੀਂ ਹੋਣਾ ਚਾਹੀਦਾ, ਉਹ ਰੈਸ਼ਨਲ ਤੇ ਬੈਲੈਂਸਡ ਹੋਣਾ ਚਾਹੀਦਾ। ਪਰ ਦੂਸਰੀ ਗੱਲ ਇਹ ਆ ਕਿ ਉਹ ਤੁਸੀਂ ਇੱਕ ਗੱਲ ਸੁਣਾਉਂਦੇ ਹੁੰਦੇ ਆ, ਜਿਹਦੀ ਖਾਈਏ ਬਾਜਰੀ ਉਹਦੀ ਕਰੀਏ ਹਾਜ਼ਰੀ। ਫਿਰ ਹੋਣਾ ਉਹੀ ਆ ਕਿ ਜਿਹਨੂੰ ਸਰਕਾਰ ਤੋਂ ਬਜਟ ਮਿਲੇਗਾ ਉਹ ਸਰਕਾਰ ਦੀ ਹੀ ਹਾਜ਼ਰੀ ਭਰੇਗਾ ਜੀ। ਸ਼ਰਮਾ ਜੀ, ਪ੍ਰੋਗਰਾਮ 'ਚ ਸਾਡਾ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।